ਸਤਨਾਮ। ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ, ਕਟ ਕਟ ਨਾਥ ਅਨਾਥ। शरण तुम्हारी आयो, नानक के प्रभ साथ। हे प्राणनाथ गोबिंद है, कृपा निधान जगद गुरो। हे संसार ताप हरण है, करुणा में सब दुख हरो। हे शरण जोग दयाल है, दीनानाथ मया करो। शरीर स्वस्थ क्षीण समय, सिमरंत नानक राम दामोदर माधव है। हमरी जिह्वा एक प्रभु, हर के गुण अगम अथाह। हम क्यों कर जप है आण्या, गुर सतगुर कै पग पाहा। जिह्वा एक कवन गुण कहिए, बेसुमार बेअंत स्वामी। तेरो अंत ना किन्हीं लहिए। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराए तेहा हो करी वख्यान। बेसुमार अथाह गनत तोलै, जो बुलावो त्यों नानक दास बोले। सतनाम वाहिगुरु साहिब जी। आप नारायण कलाधार, जग महे परवरयो। निरंकार आकार, जोत जग मंडल करयो। जह कह तह भरपूर, शब्द दीपक दीपायो। जह सिख संग्रह्यो, तत हर चरण मिलायो। नानक कुल निम्मल अवतरयो, अंगद लहणे संग हो। गुर अमरदास तारण तरण,
ਜਨਮ ਜਨਮ ਪਾਸਰਣ ਤੁ, ਨਾਨਕ ਕੁਲ ਨਿਮਲ ਅਵਤਰਿਓ। ਅੰਗਦ ਲਹਣੇ ਸੰਗ ਹੋ, ਗੁਰ ਅਮਰਦਾਸ ਤਾਰਣ ਤਰਣ। ਜਨਮ ਜਨਮ ਪਾਸਰਣ ਤੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ, ਗੁਣ ਨਿਧ ਕਰੁਣਾ ਨਿਧ, ਅੰਤਰਯਾਮੀ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਕਰੁਣਾ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਜ਼ਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਸੁਭਾਗ ਭਰਿਆ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਬੜੇ ਉੱਤਮ ਕਰਮ ਯੋਗੀ ਹੋ, ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਸਤਸੰਗਤ ਰੂਪ ਦੁਆਰਾ ਅਧਿਆਤਮਕ ਅਭਿਆਸ ਕਰਦਿਆਂ ਸ਼ਬਦ ਦੇ ਆਧਾਰ ਨਾਲ ਆਪਣੇ ਮਨੁੱਖਾ ਜੀਵਨ ਦਾ ਸਰਵਸ਼੍ਰੇਸ਼ਠ ਕਲਿਆਣ ਕਰਨ ਦਾ ਸੁਗੜ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਪਾਵਨ ਬਾਣੀ ਦੀ ਲੜੀਵਾਰ ਕਥਾ ਦੇ ਨਾਲ ਜੁੜ ਕੇ ਸਤਿਗੁਰੂ ਸਾਹਿਬ ਜੀ ਪਾਸੋਂ ਨਿਰੰਤਰ ਗਿਆਨ ਦੇ ਲਾਹੇ ਨੂੰ ਮਾਣਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਗੁਰੂ ਕੇ ਅਗੰਮ ਅਗੋਚਰ ਅਕਥ ਸਰੂਪ ਦੇ ਦਰਸ਼ਨ ਕਰਨ ਵਾਲੇ ਭੱਟ ਸਾਹਿਬਾਨ, ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਈ ਗੁਰੂ ਸਾਹਿਬਾਨ ਦੀ ਸਿਫਤ ਵਿੱਚ ਪਾਵਨ ਬਾਣੀ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ ਜੀ। ਲੜੀਵਾਰ ਵਿਆਖਿਆ ਦੇ ਅੰਤਰਗਤ ਤੀਜੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਤਿਨਾਂ ਦੀ ਅਕਥ ਅਗੋਚਰ ਸਿਫਤ ਦੇ ਵਿੱਚ ਜੋ ਭੱਟ ਸਾਹਿਬਾਨਾਂ ਨੇ ਸਵਈਏ ਉਚਾਰੇ ਹਨ, ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਅਗੰਮ ਅਗੋਚਰ ਦਰਸ਼ਨ ਤੋਂ ਬਾਅਦ ਜੋ ਭੱਟ ਸਾਹਿਬਾਨਾਂ ਨੇ ਗੁਰੂ ਉਸਤਤ ਦਾ ਉਚਾਰਨ ਕੀਤਾ ਹੈ, ਉਸ ਦੇ ਵਿੱਚ 9 ਸਵਈਏ, ਕੁੱਲ 22 ਸਵਈਏ ਗੁਰੂ ਅਮਰਦਾਸ ਸਾਹਿਬ ਜੀ ਸੰਬੰਧ ਉਚਾਰੇ ਹਨ। 9 ਸਵਈਆਂ ਦਾ ਉਚਾਰਨ ਭੱਟ ਕੱਲ ਸਹਾਰ ਜੀ ਨੇ, 5 ਸਵਈਆਂ ਦਾ ਉਚਾਰਨ ਭੱਟ ਜਲਪ ਜੀ ਨੇ, ਅਤੇ 4 ਸਵਈਆਂ ਦਾ ਉਚਾਰਨ ਭੱਟ ਕੀਰਤ ਜੀ ਨੇ। 2 ਸਵਈਆਂ ਦਾ ਭੱਟ ਉਚਾਰਨ ਭੱਟ ਭਿੱਖਾ ਜੀ ਨੇ। 1 ਸਵਈਏ ਦਾ ਉਚਾਰਨ ਭੱਟ ਸੱਲ ਜੀ ਅਤੇ ਭੱਟ ਭੱਲ ਜੀ ਨੇ ਕੀਤਾ। ਕੁੱਲ 22 ਸਵਈਏ ਬਣਦੇ ਹਨ। ਹੁਣ ਜੋ ਆਪ ਜੀ ਵਿਆਖਿਆ ਸ਼ਰਵਣ ਗੁਰੂ ਕਿਰਪਾ ਸਦਕਾ ਕਰੋਗੇ, ਭੱਟ ਕੀਰਤ ਜੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਦਾ ਉਚਾਰਨ ਕਰ ਰਹੇ ਹਨ, ਉਹਨਾਂ ਪਹਿਲੇ ਸਵਈਏ ਦੇ ਵਿੱਚ ਕਥਨ ਕੀਤਾ, ਜ਼ਿਕਰ ਕੀਤਾ ਸੀ, ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ, ਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਸੀ, ਉਸ ਨਾਮ ਦੇ ਖਜ਼ਾਨੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੂਰੇ ਬ੍ਰਹਿਮੰਡ ਜਿੰਨਾ ਵਿਸ਼ਾਲ ਇਕੱਤਰਿਤ ਕੀਤਾ ਸੀ। ਉਸ ਖਜ਼ਾਨੇ ਦੀ ਪ੍ਰਾਪਤੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਹੋਈ। ਉਸੇ ਖਜ਼ਾਨੇ ਦੇ ਉੱਤਰਾਧਿਕਾਰੀ, ਉਸ ਖਜ਼ਾਨੇ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਜੀ ਬਣੇ, ਅਤੇ ਉਸ ਖਜ਼ਾਨੇ ਦੇ ਮਾਲਕ ਬਣਨ ਕਰਕੇ ਉਹਨਾਂ ਦੇ ਸਰੂਪ ਦੇ ਵਿੱਚ ਅਥਾਹ ਦਇਆ, ਅਥਾਹ ਗਿਆਨ, ਅਥਾਹ ਧਿਆਨ ਦੇ ਭੇਦ ਅਤੇ ਰੱਬੀ ਮਿਹਰਾਮਤਾਂ ਦੇ ਇੰਨੇ ਵੱਡੇ ਸਿਲਸਿਲੇ ਪਏ ਹਨ
ਕਿ ਭੱਟ ਕੀਰਤ ਜੀ ਨੇ ਉਚਾਰਨ ਕੀਤਾ ਸੀ, ਤਾਸ ਗੁਣ ਕਵਣ ਵਖਾਣੋ, ਕਿ ਮੈਂ ਕਿਸ ਇੱਕ ਪੱਖ ਨੂੰ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਕੀਰਤੀ ਕਰਾਂ। ਹਰ ਪੱਖ ਤੋਂ ਸਤਿਗੁਰੂ ਦਾ ਸਰੂਪ ਅਗੰਮ ਅਗਾਧ ਪਾਰਾਵਾਰ ਤੋਂ ਰਹਿਤ ਹੈ। ਸੁਣ ਦੂਸਰੇ ਸਵਈਏ ਅੰਦਰ ਭੱਟ ਕੀਰਤ ਜੀ ਗੁਰੂ ਕੇ ਅਗੰਮ ਅਗੋਚਰ ਸਰੂਪ ਦੀ ਸਿਫਤ ਕਰਦਿਆਂ ਉਚਾਰਨ ਕਰਦੇ ਹਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਜਦੋਂ ਭੱਟ ਸਾਹਿਬਾਨ ਗੁਰੂ ਸ਼ਰਨ ਆਏ ਤਾਂ ਉਹਨਾਂ ਨੇ ਜੋ ਗੁਰੂ ਘਰ ਦੀ ਅਜ਼ਮਤ ਨੂੰ ਦੇਖਿਆ, ਗੁਰੂ ਘਰ ਦੇ ਵਿੱਚੋਂ ਉਗਮਦੇ ਹੋਏ ਗਿਆਨ ਦੇ ਸੂਰਜ ਨੂੰ ਦੇਖਿਆ, ਗੁਰੂ ਘਰ ਦੇ ਵਿੱਚੋਂ ਵਗਦੇ ਹੋਏ ਦਇਆ ਦੇ ਸਾਗਰ ਨੂੰ, ਕਰੁਣਾ ਦੇ ਸਾਗਰ ਨੂੰ ਦੇਖਿਆ, ਤੇ ਭੱਟ ਸਾਹਿਬਾਨਾਂ ਨੂੰ ਫਿਰ ਇਹ ਗਿਆਤ ਹੋਇਆ ਕਿ ਇਹ ਜਿਹੜੀ ਅਧਿਆਤਮਿਕ ਕੁੱਲ ਕਲਯੁਗ ਦੇ ਵਿੱਚ ਪ੍ਰਗਟੀ ਹੈ। ਕਲਯੁਗ ਦੇ ਵਿੱਚ ਜਿਸ ਕੁੱਲ ਨੇ ਧਰਮ ਦਾ, ਗਿਆਨ ਦਾ, ਧਰਮ ਦੇ ਸ਼ੁਭ ਮਾਰਗ ਦਾ ਵਿਥਾਰ ਕੀਤਾ, ਇਸ ਕੁੱਲ ਦੇ ਮਾਲਕ ਕੌਣ ਹਨ? ਤਾਂ ਉਹਨਾਂ ਨੂੰ ਇਹ ਗਿਆਤ ਹੋਇਆ ਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ। ਹੁਣ ਇਸ ਕਰਕੇ ਭੱਟ ਕੀਰਤ ਜੀ ਇਸ ਸਵਈਏ ਵਿੱਚ ਉਚਾਰਨ ਕਰਦੇ ਹਨ ਕਿ ਜਿਵੇਂ ਕਿਸੇ ਬੰਦੇ ਦੀ ਸਿਫਤ ਦਾ ਉਚਾਰਨ ਕਰਨਾ ਹੋਵੇ ਤੇ ਇਕੱਲਾ ਉਹ ਆਪ ਹੀ ਨਹੀਂ ਕਾਮਲ ਹੁੰਦਾ, ਉਹਦੇ ਪੁਰਖਿਆਂ ਦੀ ਵੀ ਬੜੀ ਵੱਡੀ ਕਮਾਈ ਹੁੰਦੀ ਹੈ। ਇਸ ਕਰਕੇ ਭੱਟ ਕੀਰਤ ਜੀ ਹੁਣ ਸਮੁੱਚੇ ਗੁਰੂ ਨਾਨਕ ਸਰੂਪ ਤੋਂ ਵਰਣਨ ਕਰਦਿਆਂ ਹੋਇਆਂ ਸਿਫਤ ਕਰਦੇ ਹਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਤਾਂ ਭੱਟ ਕੀਰਤ ਜੀ ਉਚਾਰਨ ਕਰਦੇ ਹਨ ਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ। ਸ਼ਬਦ ਵਰਤਿਆ ਨਾਰਾਇਣ। ਨਾਰਾਇਣ ਦਾ ਭਾਵ ਜਿਹੜਾ ਸਾਰੇ ਮਨੁੱਖਾਂ ਦੇ ਅੰਦਰ, ਸਾਰੀ ਰਚਨਾ ਦੇ ਅੰਦਰ ਅਣੂਰੂਪ ਹੋ ਕੇ ਸਮਾਇਆ ਹੋਵੇ। ਭਾਵ ਕਿ ਪਰਮੇਸ਼ਰ ਦੀ ਹਸਤੀ ਨੂੰ ਕਿਸੇ ਇੱਕ ਆਕਾਰ, ਰੂਪ, ਰੰਗ, ਦੇਸ਼, ਕਾਲ ਦੀ ਸੀਮਾ ਦੇ ਵਿੱਚ ਆਪਾਂ ਨਾ ਤਾਂ ਨਿਸ਼ਚਿਤ ਕਰ ਸਕਦੇ ਹਾਂ, ਨਾ ਉਹ ਹਸਤੀ ਹੋ ਸਕਦੀ ਹੈ। ਇਸ ਕਰਕੇ ਸਰਵ ਵਿਆਪਕ ਹਸਤੀ ਨੂੰ ਨਾਰਾਇਣ ਦੇ ਨਾਮ ਨਾਲ ਜੇ ਭੱਟ ਕੀਰਤ ਜੀ ਉਚਾਰਨ ਕਰਦੇ ਹਨ ਕਿ ਜੋ ਗੁਰੂ ਨਾਨਕ ਦਾ ਅਕਾਲ ਪੁਰਖ ਸਰੂਪ ਸਾਰੇ ਨਰ ਨਰਾਂ ਦੇ ਅੰਦਰ ਅਣੂ ਭਾਵ ਕਿ ਆਤਮ ਸਰੂਪ ਹੋ ਕੇ ਪ੍ਰਕਾਸ਼ਮਾਨ ਸੀ, ਪਰ ਮਨੁੱਖ ਉਸ ਜੋਤ ਸਰੂਪ ਨੂੰ, ਅਕਾਲ ਪੁਰਖ ਦੇ ਪਰਮ ਸਰੂਪ ਨੂੰ ਆਪਣੇ ਅੰਦਰੋਂ ਨਹੀਂ ਪਹਿਚਾਣ ਸਕੇ ਜਾਂ ਉਹਦਾ ਪਰਮ ਭੇਦ ਨਹੀਂ ਬੁੱਝ ਸਕੇ, ਤਾਂ ਫਿਰ ਅਕਾਲ ਪੁਰਖ ਨੇ ਸਾਰੀ ਕਾਇਨਾਤ ਨੂੰ ਬਖਸ਼ਿਸ਼ ਕਰਨ ਦੇ ਲਈ ਆਪਣੇ ਕਲਾ ਧਾਰ, ਕਲਾ ਧਾਰ ਦਾ ਭਾਵ ਹੈ ਕਿ ਇਹ ਅਸੰਭਵ ਮੰਨਿਆ ਜਾਂਦਾ ਹੈ ਕਿ ਜੋ ਅਕਾਲ ਪੁਰਖ ਹੈ ਉਹ ਕਾਲ ਵਿੱਚ ਆ ਜਾਏਗਾ, ਜੋ ਨਿਰਾਕਾਰ ਹੈ ਉਹ ਆਕਾਰ ਵਿੱਚ ਆ ਜਾਏਗਾ, ਜੋ ਸਰਵ ਵਿਆਪਕ ਹੈ ਉਹ ਕਿਸੇ ਇੱਕ ਹੋਂਦ ਵਿੱਚ ਆਪਣੇ ਜਲਾਉ ਦਾ ਪ੍ਰਗਟਾਵਾ ਕਰੇਗਾ। ਕਹਿੰਦੇ ਇਹ ਅਸੰਭਵ ਮੰਨਿਆ ਜਾਂਦਾ ਹੈ, ਪਰ ਜੋ ਅਕਾਲ ਪੁਰਖ ਸਰੂਪ ਹੈ ਉਹ ਸਰਗੁਣ ਦਾ ਵੀ ਮਾਲਕ ਹੈ, ਨਿਰਗੁਣ ਦਾ ਵੀ ਮਾਲਕ ਹੈ। ਇਸ ਕਰਕੇ ਸਾਰੀ ਕਾਇਨਾਤ ਨੂੰ ਆਪਣੀ ਪਰਮ ਨਿਵਾਜਿਸ਼ ਕਰਨ ਦੇ ਲਈ ਕਹਿੰਦੇ ਗੁਰੂ ਨਾਨਕ ਅਕਾਲ ਪੁਰਖ ਸਰੂਪ ਨੇ ਕਲਾ ਧਾਰ ਜਗ ਮਹਿ ਪਰਵਰਿਓ, ਕਿ ਸਾਰੇ ਜਗਤ ਵਿੱਚ ਆਪਣੇ ਪਰਮ ਸਰੂਪ ਦਾ ਪਰਵਰਿਓ ਭਾਵ ਪ੍ਰਕਾਸ਼ ਕੀਤਾ, ਵਿਥਾਰ ਕੀਤਾ। ਕਿੱਡਾ ਵੱਡਾ ਵਿਥਾਰ ਕੀਤਾ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਸਰੂਪ ਨੇ ਆਪਣੀਆਂ ਮੁਬਾਰਕ ਉਦਾਸੀਆਂ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਦੇ ਸਮਾਨ ਦਇਆ, ਗਿਆਨ, ਪਰਉਪਕਾਰ ਅਤੇ ਅਥਾਹ ਜਿਹੜੇ ਕਿ ਅਧਿਆਤਮਿਕ ਮਾਰਗ ਦੀ ਸੋਝੀ ਦਿੱਤੀ। ਇਸ ਕਰਕੇ ਭੱਟ ਕਲ ਕੀਰਤ ਜੀ ਉਚਾਰਨ ਕਰਦੇ ਕਿ ਗੁਰੂ ਨਾਨਕ ਨਾਰਾਇਣ ਸਰੂਪ ਜਦ ਕਲਾ ਧਾਰ ਕਰਕੇ ਇਸ ਜੱਗ ਅੰਦਰ ਪ੍ਰਗਟੇ, ਤਾਂ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤਾਂ ਭੱਟ ਕੀਰਤ ਜੀ ਉਚਾਰਨ ਕਰਦੇ ਹਨ ਕਿ ਗੁਰੂ ਨਾਨਕ ਨਿਰੰਕਾਰ ਸਰੂਪ ਸੀ। ਉਸ ਨਿਰੰਕਾਰ ਸਰੂਪ ਨੇ ਆਕਾਰ ਧਾਰਨ ਕੀਤਾ ਕਿ ਉਹਦੀ ਸਾਜੀ ਹੋਈ ਕਾਇਨਾਤ ਉਹਦੀ ਛੋਹ ਨੂੰ ਨੇੜਿਓਂ ਮਹਿਸੂਸ ਕਰ ਸਕੇ। ਜਿਵੇਂ ਇਹਨੂੰ ਸਰਲ ਜਿਹੇ ਢੰਗ ਤੋਂ ਸਮਝਣਾ ਹੋਵੇ ਕਿ ਕਿਸੇ ਬੰਦੇ ਦੀ ਯਾਦ ਦਾ ਅਭਿਆਸ ਕਰਨਾ ਹੋਵੇ ਤੇ ਉਹਦੇ ਅਸੀਂ ਗੁਣਾਂ ਦਾ ਕਿੰਨਾ ਵਰਣਨ ਕਰ ਸਕਦੇ ਹਾਂ। ਉਹਦੇ ਚਿਹਰੇ ਦੀ ਸਿਫਤ, ਉਹਦੇ ਕੰਮਾਂ ਦੀ ਸਿਫਤ, ਉਹਦੇ ਸਾਰੇ ਤਰ੍ਹਾਂ ਦੇ ਜੀਵਨ ਦੀ ਸਿਫਤ ਬੜੀ ਬਰੀਕੀ ਨਾਲ ਕਰ ਸਕਦੇ ਹਾਂ। ਪਰ ਜੇ ਕਦੇ ਉਹ ਜਿਹਦੀ ਸਿਫਤ ਕਰਦੇ ਹਾਂ ਜੋ ਸਾਡੇ ਸਾਹਮਣੇ ਪ੍ਰਗਟ ਹੋ ਜਾਵੇ ਤਾਂ ਸਾਨੂੰ ਫਿਰ ਸਿਫਤ ਬਿਆਨਣ ਦੇ ਭਾਵ ਹੋਰ ਗੂੜੇ ਹੋ ਜਾਂਦੇ ਨੇ, ਅਤੇ ਫਿਰ ਅਹਿਸਾਸ ਇੰਨਾ ਜ਼ਿਆਦਾ ਸਿਖਰ 'ਤੇ ਚਲਿਆ ਜਾਂਦਾ ਕਿ ਸਿਫਤ ਦਾ ਕਥਨਾ ਵੀ ਜਿਹੜਾ ਹੈ ਥੋੜ੍ਹਾ ਮੱਧਮ ਪੈ ਜਾਂਦਾ ਹੈ। ਤਾਂ ਭੱਟ ਕੀਰਤ ਜੀ ਉਚਾਰਨ ਕਰਦੇ ਹਨ ਕਿ ਨਿਰੰਕਾਰ ਆਕਾਰ, ਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ ਨੇ ਜਦੋਂ ਦੇਖਿਆ ਕਿ ਸਾਰੀ ਕਾਇਨਾਤ ਜਿਹੜੀ ਮਾਇਆ ਦੇ ਪ੍ਰਪੰਚ ਵਿੱਚ ਭਟਕ ਗਈ ਹੈ ਅਤੇ ਪਰਮੇਸ਼ਰ ਦੇ ਸੱਤ ਸਰੂਪ ਨੂੰ ਨਹੀਂ ਜਾਣਦੀ,
ਤਾਂ ਕਹਿੰਦੇ ਉਹ ਆਕਾਰ ਭਾਵ ਸਰਗੁਣ ਰੂਪ ਦੇ ਵਿੱਚ ਪ੍ਰਗਟੇ। ਜੋਤ ਜਗ ਮੰਡਲ ਕਰਿਓ, ਤੇ ਉਹੀ ਪਰਮ ਜੋਤ ਜਿਹੜੀ ਨਿਰਗੁਣਤਾ ਵਿੱਚ ਪ੍ਰਕਾਸ਼ ਕਰਦੀ ਹੈ, ਉਹੀ ਗੁਰੂ ਨਾਨਕ ਸਰੂਪ ਦੁਆਰਾ ਪ੍ਰਗਟੀ ਹੈ। ਜਗ ਮੰਡਲ ਕਰਿਓ, ਤੇ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਨਹੀਂ ਪ੍ਰਗਟੇ ਕਿ ਜਿਸ ਜਗ੍ਹਾ ਉਹਨਾਂ ਦਾ ਪ੍ਰਕਾਸ਼ ਹੋਇਆ ਉੱਥੋਂ ਤੱਕ ਮਹਿਦੂਦ ਰਹਿ ਗਏ। ਭੱਟ ਕੀਰਤ ਜੀ ਆਖਦੇ ਨੇ ਕਿ ਜਿਵੇਂ ਕੋਈ ਦੀਵਾ ਜਗਾ ਦਈਏ ਜਾਂ ਜਿਵੇਂ ਸੂਰਜ ਚੜ੍ਹਦਾ ਹੈ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਮਨੁੱਖ ਨੇ ਧਰਤੀ 'ਤੇ ਵੰਡੀਆਂ ਪਾ ਕੇ ਬਾਰਡਰ ਦੀਆਂ ਸੀਮਾਵਾਂ ਬਣਾਈਆਂ ਨੇ, ਪਰ ਹਵਾ ਦੇ ਵਹਿਣ ਨੂੰ ਥੋੜ੍ਹਾ ਕੋਈ ਬਾਰਡਰ ਰੋਕ ਸਕਦਾ ਹੈ, ਸੂਰਜ ਦੀ ਰੌਸ਼ਨੀ ਨੂੰ ਥੋੜ੍ਹਾ ਕੋਈ ਵੰਡ ਸਕਦਾ ਹੈ। ਧਰਤੀ ਦੇ ਟੁਕੜੇ ਨੂੰ ਮਨੁੱਖ ਨੇ ਨਿੱਕੇ ਨਿੱਕੇ ਟੁਕੜਿਆਂ ਵਿੱਚ ਵੰਡਿਆ, ਪਰ ਆਕਾਸ਼ ਨੂੰ ਥੋੜ੍ਹਾ ਵੰਡ ਸਕਦਾ ਹੈ। ਇਸ ਕਰਕੇ ਭੱਟ ਕੀਰਤ ਜੀ ਆਖਦੇ ਨੇ ਗੁਰੂ ਨਾਨਕ ਜੋਤ ਸਰੂਪ ਨੇ ਜਗ ਮੰਡਲ ਕਰਿਓ, ਕਿ ਸਾਰੇ ਜਗਤ ਨੂੰ ਇੱਕੋ ਮੰਡਲ ਸਮਝ ਕੇ। ਫਿਰ ਇਹਦਾ ਭਾਵ ਕਿੰਨਾ ਗਹਿਰਾ ਦੇਖੋ ਕਿ ਗੁਰੂ ਨਾਨਕ ਸਰੂਪ ਨੇ ਧਰਤੀ ਨੂੰ, ਪਤਾਲ ਨੂੰ ਅਤੇ ਆਕਾਸ਼ ਨੂੰ ਇੱਕੋ ਮੰਡਲ ਵਿੱਚ ਦੇਖਿਆ। ਮਤਲਬ ਗੁਰੂ ਨਾਨਕ ਦੀ ਰਹਿਮਤ ਦੀ ਪਾਤਰ ਇਕੱਲੀ ਮਾਤ ਲੋਕ ਦੇ ਨਿਵਾਸੀ ਨਹੀਂ ਬਣੇ, ਗੁਰੂ ਨਾਨਕ ਦੇ ਪ੍ਰਕਾਸ਼ ਜੋਤ ਸਰੂਪ ਦੇ ਨਾਲ ਆਕਾਸ਼ ਦੇ ਲੋਕ ਵੀ ਉਹਨਾਂ ਦੀ ਕਿਰਪਾਲਤਾ ਦੇ ਪਾਤਰ ਬਣੇ, ਪਾਤਾਲ ਲੋਕ ਦੇ ਨਿਵਾਸੀ ਵੀ ਉਹਨਾਂ ਦੀ ਮੁਬਾਰਕ ਮੁਕੱਦਸ ਮਿਹਰਾਮਤ ਦੇ ਪਾਤਰ ਬਣੇ। ਕਹਿੰਦੇ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ, ਤੇ ਫਿਰ ਹੋਰ ਜ਼ਿਆਦਾ ਭੇਦ ਪਤਾ ਲੱਗ ਜਾਏ। ਭਾਵ ਕਿ ਇੱਕ ਤਾਂ ਸਰੂਪ ਪ੍ਰਗਟ ਹੋ ਗਿਆ, ਜਿਨ੍ਹਾਂ ਨੂੰ ਸੁਤੇ ਸਿੱਧ ਦਰਸ਼ਨ ਹੋਏ ਉਹ ਤਾਂ ਨਿਹਾਲ ਹੋ ਗਏ, ਜਿਨ੍ਹਾਂ ਨੇ ਗੁਰੂ ਕੌਤਕ ਨੂੰ ਸਮਝਿਆ ਉਹ ਤਾਂ ਨਿਹਾਲ ਹੋ ਗਏ। ਜਿਵੇਂ ਦਾਈ ਦੌਲਤਾਂ ਰਾਏ ਬੁਲਾਰ ਦੀ ਭੈਣ ਮਾਤਾ ਨਾਨਕੀ ਜੀ, ਬੀਬੀ ਨਾਨਕੀ ਜੀ, ਜਿਨ੍ਹਾਂ ਨੂੰ ਅਗੰਮੀ ਸਰੂਪ ਦੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਦਰਸ਼ਨ ਦਿੱਤੇ, ਉਹ ਤਾਂ ਨਿਹਾਲ ਹੋ ਗਏ। ਪਰ ਭੱਟ ਕੀਰਤ ਜੀ ਆਖਦੇ ਹਨ ਜਹ ਜਿੱਥੇ, ਕਹਿ ਦਾ ਭਾਵ ਕਿੱਥੇ, ਤਹਿ ਦਾ ਭਾਵ ਉੱਥੇ। ਪੂਰਬ ਦੀ ਗੱਲ ਕਰੋ, ਪੱਛਮ ਦੀ ਗੱਲ ਕਰੋ, ਉੱਤਰ ਦੱਖਣ ਦਾ ਜ਼ਿਕਰ ਕਰੋ, ਸਾਰੀ ਜਗ੍ਹਾ ਗੁਰੂ ਨਾਨਕ ਜੋਤ ਸਰੂਪ ਦੀ ਭਰਪੂਰਤਾ ਰਹੀ। ਅਤੇ ਉਹਨਾਂ ਸ਼ਬਦ ਦੇ ਦੀਪਕ ਦੇ ਨਾਲ ਸਾਰਿਆਂ ਦੇ ਮਨ ਮਸਤਕ ਦੇ ਵਿੱਚ ਐਸਾ ਆਨੰਦ, ਐਸਾ ਚਾਨਣ ਭਰ ਦਿੱਤਾ ਕਿ ਸਾਰੀ ਕਾਇਨਾਤ ਉਹਨਾਂ ਦੀ ਕਿਰਪਾ ਦੇ ਨਾਲ ਨਿਹਾਲ ਹੋ ਗਈ। ਜਿਹ ਸਿੱਖਹ ਸੰਗ ਰਹਿਓ ਤਤ ਹਰ ਚਰਨ ਮਿਲਾਇਓ। ਅਤੇ ਜਿੱਥੇ ਜਿੱਥੇ ਉਸ ਦੀਪਕ ਦੇ ਚਾਨਣ ਨੂੰ, ਜੋ ਗੁਰੂ ਨਾਨਕ ਨੇ ਸ਼ਬਦ ਰੂਪ ਗਿਆਨ ਦਾ ਦੀਪਕ ਜਗਾਇਆ ਅਤੇ ਜਿਹਨੂੰ ਧਰਮਸ਼ਾਲਾ ਦੇ ਰੂਪ ਵਿੱਚ ਕਾਇਮ ਕੀਤਾ, ਭੱਟ ਕੀਰਤ ਜੀ ਆਖਦੇ ਨੇ ਜਿੱਥੇ ਜਿੱਥੇ ਉਹਨਾਂ ਸਿੱਖਾਂ ਨੇ ਜੁੜ ਕੇ ਉਸ ਸ਼ਬਦ ਦੇ ਤੱਤ ਨੂੰ ਪ੍ਰਾਪਤ ਕੀਤਾ, ਉਹ ਹਰੀ ਚਰਨਾਂ ਦੇ ਨਾਲ ਮਿਲਾਇਓ, ਭਾਵ ਮਿਲ ਗਏ, ਜੁੜ ਗਏ। ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ। ਅਤੇ ਭੱਟ ਕੀਰਤ ਜੀ ਉਚਾਰਨ ਕਰਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਧਿਆਤਮਿਕ ਕੁੱਲ ਅਸੀਂ ਤਾਂ ਕਹਿ ਰਹੇ ਹਾਂ ਕਿ ਗੁਰੂ ਨਾਨਕ ਦਾ ਜੋ ਗੁਰਿਆਈ ਦਾ ਸਿਲਸਿਲਾ ਸੀ ਉਹ ਕੋਈ ਦੁਨਿਆਵੀ ਰਾਜ ਪ੍ਰਾਪਤ ਕਰਨ ਦੇ ਲਈ ਨਹੀਂ ਸੀ। ਜਿਵੇਂ ਅੱਜ ਦੇ ਸਮੇਂ ਵਿੱਚ ਇੱਕ ਬੰਦਾ ਅੱਗੇ ਆਪਣੇ ਪੁੱਤਰ ਨੂੰ, ਆਪਣੇ ਪਰਿਵਾਰ ਨੂੰ ਸਥਾਪਿਤ ਕਰਦਾ, ਕਿ ਉਹ ਕਿਸੇ ਤਰ੍ਹਾਂ ਦੀ ਦੁਨਿਆਵੀ ਲਾਲਸਾਵਾਂ ਮਨ ਦੇ ਅੰਦਰ ਹੁੰਦੀਆਂ ਨੇ। ਗੁਰੂ ਨਾਨਕ ਸਰੂਪ ਨੇ ਸ਼ਬਦ ਦੀ ਮਿਹਰਾਮਤ ਨੂੰ ਸਾਰੇ ਸੰਸਾਰ ਨੂੰ ਨਿਵਾਜਣਾ ਹੈ, ਇਸ ਕਰਕੇ ਉਹਨਾਂ ਦਾ ਜਿਹੜਾ ਆਛਾ ਹੈ ਉਹ ਹੈ ਹੀ ਅਧਿਆਤਮਿਕ, ਉਹਦੇ ਵਿੱਚੋਂ ਹੀ ਫਿਰ ਸੰਪੂਰਨ ਰਾਜ ਵੀ ਬਣ ਜਾਂਦਾ ਹੈ। ਤਾਂ ਭੱਟ ਕੀਰਤ ਜੀ ਉਚਾਰਨ ਕਰਦੇ ਆ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੁੱਲ ਦੇ ਵਿੱਚ ਨਿੰਮਲ ਦਾ ਅਰਥ ਹੁੰਦਾ ਨਿਰਮਲ, ਸਾਫ ਸ਼ਵਸ, ਜਿਹਦੇ ਵਿੱਚ ਨਿਰਤਾ ਭਰੀ ਜਿਹੜੀ ਮੈਲ ਨਾ ਹੋਵੇ। ਅਵਤਰਿਓ ਕਹਿੰਦੇ ਭਾਵ ਪ੍ਰਕਾਸ਼ਮਾਨ ਹੋਏ ਸਨ, ਅੰਗਦ ਲਹਿਣੇ ਸੰਗ ਹੋ। ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਧਿਆਤਮਿਕ ਕੁੱਲ ਦੇ ਵਿੱਚ ਗੁਰੂ ਭਾਈ ਲਹਿਣਾ ਜੀ ਪ੍ਰਗਟ ਹੋਏ ਅਤੇ ਗੁਰੂ ਅੰਗਦ ਸਰੂਪ ਹੋ ਕੇ ਉਹਨਾਂ ਸਾਰੀ ਬਖਸ਼ਿਸ਼ ਨੂੰ ਪਾਲਿਆ। ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਵਪਾਸਰਨ ਤਵ। ਕਿ ਹੇ ਤੀਸਰੇ ਪਾਤਸ਼ਾਹ ਗੁਰੂ ਨਾਨਕ ਜੋਤ ਸਰੂਪ ਦੇ ਤੀਜੇ ਪ੍ਰਕਾਸ਼ ਗੁਰੂ ਅਮਰਦਾਸ ਸਾਹਿਬ ਜੀ ਭੱਟ ਕੀਰਤ ਜੀ ਆਖਦੇ ਹਨ ਕਿ ਉਹੀ ਹੁਣ ਗੁਰੂ ਨਾਨਕ ਸਰੂਪ ਦਾ ਪ੍ਰਕਾਸ਼ ਤੀਜੇ ਰੂਪ ਦੇ ਵਿੱਚ ਨਾਨਕ ਦੀ ਅਧਿਆਤਮਿਕ ਕੁੱਲ ਦੇ ਆਪ ਜੀ ਵਾਰਸ ਬਣ ਗਏ ਗੁਰੂ ਨਾਨਕ ਸਾਹਿਬ ਜੀ ਦੇ। ਅਤੇ ਤੁਹਾਡੀ ਮਹਿਮਾ ਇੰਨੀ ਵੱਡੀ ਹੈ, ਜਨਮ ਜਨਮ ਪਾ ਸਰਨ ਤੁ, ਕਿ ਮੈਂ ਕਰੋੜਾਂ ਜਨਮ, ਭੱਟ ਕੀਰਤ ਜੀ ਆਖਦੇ ਹਨ ਕਿ ਕਰੋੜਾਂ ਜਨਮ ਧਾਰਨ ਕਰ ਕਰਕੇ ਬਾਰ ਅਨੇਕ ਵਾਰ ਤੁਹਾਡੀ ਸ਼ਰਨ ਪੈਣਾ ਚਾਹੁੰਦਾ ਹਾਂ। ਹੁਣ ਇਸ ਗੱਲ ਦੇ ਵਿੱਚ ਇੱਕ ਬੜੀ ਗਹਿਰੀ ਭਾਵਨਾ ਹੈ ਕਿ ਜਿਸ ਅਕਾਲ ਪੁਰਖ ਦੇ ਦਰਸ਼ਨ ਦੀਦਾਰ ਨੂੰ ਸਿੱਧ ਸਾਧਕ ਮੁਨੀ ਜਨ ਜੋਗੀ ਰਿਖੀਸ਼ਵਰ ਤਪੀਸਰ ਲੋਕ ਬੜੇ ਵਰਿਆਂ ਦੀ ਸਾਧਨਾ ਕਰਕੇ ਜਿਹਦੇ ਪਰਮ ਦਰਸ਼ਨ ਨੂੰ ਲੋਚਦੇ ਹਨ। ਭੱਟ ਕੀਰਤ ਜੀ ਆਖਦੇ ਨੇ ਕਿ ਉਹ ਨਿਰੰਕਾਰ ਆਕਾਰ ਸਰੂਪ ਕਰਕੇ ਗੁਰੂ ਨਾਨਕ ਹੋ ਪ੍ਰਗਟੇ
ਤੇ ਉਹੀ ਗੁਰੂ ਨਾਨਕ ਸਰੂਪ ਨੇ ਜਦੋਂ ਤੀਜੀ ਜਗ੍ਹਾ ਆਪਣਾ ਪ੍ਰਕਾਸ਼ ਕੀਤਾ, ਭਾਵ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਵਿੱਚ, ਤਾਂ ਭੱਟ ਕੀਰਤ ਜੀ ਆਖਦੇ ਨੇ ਸਾਡੇ ਕਿੱਡੇ ਵੱਡੇ ਕਰਮ ਹਨ ਕਿ ਨਿਰੰਕਾਰ ਨਿਰਗੁਣ ਮਾਲਕ ਸਾਨੂੰ ਸਰਗੁਣ ਹੋ ਕੇ ਮਿਲਿਆ ਹੈ ਅਤੇ ਆਪਣੀ ਪ੍ਰਤੱਖ ਛੋਹ ਦੇ ਨਾਲ ਨਵਾਜੇ। ਇਸ ਕਰਕੇ ਐਸੇ ਦੀਨ ਦਿਆਲ ਸਤਿਗੁਰੂ ਦੀ ਸ਼ਰਨ ਜਨਮ ਜਨਮ ਪੈਣ ਦਾ ਸਾਡੇ ਮਨ ਦੇ ਅੰਦਰ ਐਸੀ ਭਾਵਨਾ, ਐਸਾ ਖਿਆਲ ਹੈ। ਜਪ ਤਪ ਸਤ ਸੰਤੋਖ ਪੇਖ ਦਰਸ਼ਨ ਗੁਰ ਸਿੱਖ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਜੋ ਉਹਨਾਂ ਦੀ ਅਥਾਹ ਅਜ਼ਮਤ ਦਾ ਪ੍ਰਗਟਾਵਾ ਹੁੰਦਾ ਹੈ ਧਰਮ ਦੇ ਰੂਪ ਵਿੱਚ, ਅਧਿਆਤਮ ਦੇ ਰੂਪ ਵਿੱਚ, ਉਹਦਾ ਜ਼ਿਕਰ ਕਰਦੇ ਹਨ ਭੱਟ ਕੀਰਤ ਜੀ ਕਿ ਜਪ ਤਪ ਸਤ ਸੰਤੋਖ, ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਬਾਰਕ ਦਰਸ਼ਨਾਂ ਦੇ ਨਾਲ ਜਪ ਤਪ ਅਤੇ ਸਤ ਸੰਤੋਖ, ਇਹਨਾਂ ਧਰਮ ਦੀਆਂ ਚਾਰ ਪ੍ਰਮੁੱਖ ਅਵਸਥਾਵਾਂ ਗੁਰੂ ਦਰਸ਼ਨ ਦੇਖਣ ਦੇ ਕਰਨ ਦੇ ਨਾਲ ਹੀ ਪ੍ਰਾਪਤ ਹੋ ਜਾਂਦੀਆਂ ਹਨ। ਜਪ ਦਾ ਭਾਵ ਤਿੰਨ ਤਰ੍ਹਾਂ ਦਾ ਜਪ ਮੰਨਿਆ ਜਾਂਦਾ। ਇੱਕ ਹੁੰਦਾ ਜਪ ਜਿਹੜਾ ਮਨ ਦੇ ਅੰਦਰ ਹੋਵੇ, ਇੱਕ ਹੁੰਦਾ ਜਪ ਜਿਹੜਾ ਕੰਠ ਅੰਦਰ ਹੋਵੇ, ਤੀਜਾ ਜਪ ਹੈ ਜ਼ੁਬਾਨ ਤੋਂ ਬਿਲਕੁਲ ਉਚਾਰਨ ਕਰਨਾ। ਕਹਿੰਦੇ ਗੁਰੂ ਅਮਰਦਾਸ ਰੂਪ ਦੇ ਦਰਸ਼ਨ ਕਰਕੇ ਜਿਹੜੇ ਮਨੁੱਖ ਨੂੰ ਨਹੀਂ ਨਾ ਲੱਗਦਾ ਕਿ ਅਕਾਲ ਪੁਰਖ ਦੀ ਹਸਤੀ ਕਿਧਰੇ ਹੈ ਜਾਂ ਨਹੀਂ, ਇੰਨਾ ਜ਼ਿਆਦਾ ਪ੍ਰਕਾਸ਼ ਉਹਨਾਂ ਦੀ ਦਰਸ਼ਨ ਵਿੱਚੋਂ ਝਲਕਦਾ ਹੈ ਕਿ ਉਹਨੂੰ ਕੋਈ ਭੁਲੇਖਾ ਰਹਿ ਨਹੀਂ ਜਾਂਦਾ ਕਿ ਕੋਈ ਅਕਾਲ ਪੁਰਖ ਹਸਤੀ ਹੈ, ਅਤੇ ਉਹਦਾ ਪ੍ਰੇਮ ਜਾਗ ਜਾਂਦਾ ਹੈ। ਪਹਿਲਾਂ ਉਹਦੇ ਹਿਰਦੇ ਅੰਦਰ ਵਸਦਾ ਹੈ, ਫਿਰ ਜਿਉਂ-ਜਿਉਂ ਉਹਦੀ ਭਾਵਨਾ ਵੱਧਦੀ ਉਹਦੇ ਕੰਠ ਵਿੱਚ ਜਪ ਆ ਜਾਂਦਾ ਹੈ, ਅਤੇ ਫਿਰ ਉਹਦੀ ਜ਼ੁਬਾਨ ਤੋਂ ਪ੍ਰਗਟ ਹੁੰਦਾ ਹੈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਨਾਲ ਜਪ ਦੀ ਪੂਰੀ ਪ੍ਰਾਪਤੀ ਹੁੰਦੀ ਹੈ। ਤਪ ਦਾ ਭਾਵ ਤਿੰਨ ਤਰ੍ਹਾਂ ਦੇ ਤਪ ਮੰਨੇ ਜਾਂਦੇ ਹਨ, ਰਾਜਸੀ, ਸਾਤਕੀ ਅਤੇ ਤਾਮਸੀ। ਭਾਵ ਸਾਂਤਕੀ ਦਾ ਭਾਵ ਕਿ ਸਦਾ ਆਪਣੀਆਂ ਬਿਰਤੀਆਂ ਨੂੰ ਗੁਰੂ ਵੱਲ ਜੋੜੀ ਰੱਖਣਾ, ਇਹ ਸਾਂਤਕੀ ਕਿਸਮ ਦਾ ਤਪ ਹੈ। ਫਿਰ ਰਾਜਸੀ ਭਾਵ ਕਿ ਆਪਣੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਸੇਵਾ ਦੇ ਵਿੱਚ ਲਾ ਕੇ ਸ਼ੁੱਧ ਕਰਨਾ, ਇਹ ਰਾਜਸੀ ਕਿਸਮ ਦਾ ਤਪ ਹੈ। ਅਤੇ ਤਾਮਸੀ ਦਾ ਭਾਵ ਕਿ ਹੱਠ ਕਰਕੇ ਆਪਣੇ ਮਨ ਨੂੰ ਵਸ ਵਿੱਚ ਲਿਆਉਣਾ। ਭੱਟ ਕੀਰਤ ਜੀ ਆਖਦੇ ਨੇ ਕਿ ਤਪ ਦੀਆਂ ਤਿੰਨੇ ਜੁਗਤੀਆਂ ਵੀ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਨਾਲ ਪ੍ਰਾਪਤ ਹੁੰਦੀਆਂ ਨੇ। ਸੱਤ ਦਾ ਭਾਵ ਕਿ ਮਨੁੱਖ ਨੂੰ ਆਪਣੇ ਸਦੀਵੀ ਜੀਵਨ ਦਾ ਪਤਾ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨਾਂ ਨਾਲ ਲੱਗ ਜਾਂਦਾ, ਕਿਉਂਕਿ ਦੇਹ ਨਾਸ਼ਵਾਨ ਹੈ, ਸਾਰਾ ਕੁਝ ਨਾਸ਼ਵਾਨ ਹੈ, ਪਰ ਜਿਹੜਾ ਨਹੀਂ ਨਾਸ਼ਵਾਨ ਹੈ ਉਸ ਜੋਤ ਸਰੂਪ ਦੇ ਸਦੀਵੀ ਹੋਣ ਦਾ ਭੇਦ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨਾਂ ਨਾਲ ਮਿਲ ਜਾਂਦਾ ਹੈ। ਸੰਤੋਖ ਦਾ ਭਾਵ, ਸੰਤੋਖ ਤਿੰਨ ਤਰ੍ਹਾਂ ਦਾ ਹੁੰਦਾ ਹੈ। ਇੱਕ ਪੂਰਬਲਾ ਹੁੰਦਾ ਹੈ, ਇੱਕ ਜਿਹੜਾ ਵਰਤਮਾਨ ਜੀਵਨ 'ਚ ਕੁਦਰਤੀ ਆਪਣੀ ਸਾਧਨਾ ਨਾਲ, ਅਤੇ ਤੀਜਾ ਹੁੰਦਾ ਹੈ ਜਿਹੜਾ ਗੁਰਦਰਸ਼ਨ ਦੇ। ਪੂਰਬਲਾ ਸੰਤੋਖ ਇਵੇਂ ਹੁੰਦਾ ਹੈ ਕਿ ਜੋ ਜੀਵਨ ਦੇ ਵਿੱਚ ਪ੍ਰਾਪਤ ਹੋ ਗਿਆ, ਜਿਵੇਂ ਦੀ ਕਾਇਆ ਪਰਿਵਾਰ ਪਦਾਰਥ ਬੁੱਧੀ ਪ੍ਰਾਪਤ ਹੋ ਗਿਆ, ਇਹਦੇ ਵਿੱਚ ਠਹਿਰਾਓ ਹੈ। ਦੂਜਾ ਹੈ ਕਿ ਫਿਰ ਜਦੋਂ ਲੱਗੇ ਕਿ ਨਹੀਂ ਇਹ ਮੁਕੰਮਲ, ਤੇ ਫਿਰ ਆਪਣੇ ਗਿਆਨ ਦੇ ਨਾਲ ਸੰਤੋਖੀ ਬਣਨਾ। ਪਰ ਇਹਨਾਂ ਦੋ ਯਤਨਾਂ ਕਰਕੇ ਕਈ ਵਾਰੀ ਪੂਰਾ ਸੰਤੋਖ ਨਹੀਂ ਬਣਦਾ। ਕਈ ਵਾਰੀ ਬੰਦਾ ਪੂਰਬਲੇ ਜੋ ਕੁਝ ਮਿਲਿਆ ਹੁੰਦਾ ਉਹਦੇ ਨਾਲ ਸੰਤੋਖੀ ਨਹੀਂ ਹੁੰਦਾ, ਕਈ ਵਾਰੀ ਆਪਣੇ ਯਤਨ ਨਾਲ ਕਰਕੇ ਵੀ ਪੂਰਾ ਸੰਤੋਖੀ ਨਹੀਂ ਬਣਦਾ। ਤਾਂ ਭੱਟ ਕੀਰਤ ਜੀ ਉਚਾਰਨ ਕਰਦੇ ਹਨ ਕਿ ਫਿਰ ਪਰਮ ਸੰਤੋਖ, ਉਹ ਸੰਤੋਖ ਜਿਹੜਾ ਮੁੜ ਕੇ ਕਦੇ ਡੋਲਦਾ ਨਹੀਂ। ਤਾਂ ਕਹਿੰਦੇ ਐਸੇ ਸੰਤੋਖ ਦਾ ਭਾਵ ਫਿਰ ਵਿਕਾਰਾਂ ਵੱਲ ਮਨ ਵੀ ਨਹੀਂ ਜਾਂਦਾ, ਲੋਭ ਵੱਲ ਵੀ ਨਹੀਂ ਜਾਂਦਾ, ਤ੍ਰਿਸ਼ਨਾ ਵੱਲ ਵੀ ਨਹੀਂ ਜਾਂਦਾ, ਸਭ ਤਰੀਕੇ ਨਾਲ ਠਹਿਰਾਓ ਵਿੱਚ ਆ ਜਾਂਦਾ ਹੈ। ਭੱਟ ਕੀਰਤ ਜੀ ਆਖਦੇ ਨੇ ਜਪ ਤਪ ਅਤੇ ਸਤ ਸੰਤੋਖ ਦੀ ਪ੍ਰਾਪਤੀ ਗੁਰ ਦਰਸ਼ਨ ਦੇ ਨਾਲ ਹੁੰਦੀ ਹੈ। ਜਿਹੜੇ ਜਿਹੜੇ ਗੁਰਸਿੱਖ ਕਰਦੇ ਹਨ, ਸਰਣ ਪਰਹਿ ਤੇ ਉਬਰਹਿ ਛੋੜ ਜਮਪੁਰ ਕੀ ਲਿਖਹ। ਜਿਹੜੇ ਇੱਕ ਵਾਰੀ ਗੁਰੂ ਸ਼ਰਨ ਪੈ ਗਏ, ਭੱਟ ਕੀਰਤ ਜੀ ਉਚਾਰਨ ਕਰਦੇ ਹਨ ਉਬਰਹਿ, ਭਾਵ ਕਿ ਜੇ ਕੋਈ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਰਣ ਜਿੰਨੇ ਵੀ ਸਿੱਖ ਚੱਲ ਕਰਕੇ ਆਉਂਦੇ ਰਹੇ, ਜਦੋਂ ਉਹ ਜ਼ਿਕਰ ਕਰਦੇ ਸਨ ਸਤਿਗੁਰੂ ਸਾਹਿਬ ਜੀ ਅਸੀਂ ਸੰਸਾਰੀ ਹਾਂ, ਸੰਸਾਰੀ ਦਾ ਉਭਾਰ ਕਰਤਾ ਗੁਰੂ ਸਾਹਿਬ ਜੀ ਨੇ, ਉਹਨੂੰ ਐਸਾ ਨਿਰਲੇਪਤਾ ਦਾ ਉਪਦੇਸ਼ ਦਿੱਤਾ। ਜਦੋਂ ਕੋਈ ਜਗਿਆਸੂ ਜਨ ਆਇਆ, ਕਹਿਣ ਲੱਗਾ ਸਤਿਗੁਰੂ ਤੁਹਾਡੇ ਮੁਬਾਰਕ ਮਾਰਗ ਵੱਲ ਚੱਲਣ ਦੀ ਚਾਹਤ ਹੈ, ਪਰ ਮਨ ਪੂਰੀ ਤਰ੍ਹਾਂ ਇਕਾਗਰ ਨਹੀਂ ਹੋ ਰਿਹਾ। ਗੁਰੂ ਸਰੂਪ ਨੇ ਕਿਰਪਾ ਕਰਕੇ ਉਹਨੂੰ ਮਨ ਦੇ ਤਲ 'ਤੇ ਉਭਾਰ ਦਿੱਤਾ। ਜਿਹੜਾ ਫਿਰ ਕੋਈ ਬੜੀ ਭਗਤੀ ਭਾਵ ਵਾਲਾ ਆਇਆ, ਉਹਦੀ ਪੂਰੀ ਤਰ੍ਹਾਂ ਮਾਲਕ ਦੇ ਵਿੱਚ ਅਭੇਦਤਾ ਨਹੀਂ ਸੀ ਬਣ ਰਹੀ। ਆਪਣੇ ਪਰਮ ਸਰੂਪ ਦਾ ਦਰਸ਼ਨ ਕਰਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਵਿੱਚ ਅਭੇਦ ਕਰ ਲਿਆ। ਤਾਂ ਭੱਟ ਕੀਰਤ ਜੀ ਆਖਦੇ ਹਨ ਗੁਰ ਅਮਰਦਾਸ ਭਾਵ ਕਿ ਜ਼ਿਕਰ ਕਰਦੇ ਹਨ ਸਰਣ ਪਰੇ ਤੇ ਉਬਰੇ, ਕਿ ਜੋ ਗੁਰੂ ਅਮਰਦਾਸ ਦੀ ਸ਼ਰਨ ਪਿਆ ਉਹਦਾ ਸੰਸਾਰ ਤੋਂ
ਸਭ ਤਰੀਕਿਆਂ ਨਾਲ ਉਭਾਰ ਹੋ ਗਿਆ। ਛੋੜ ਜੰਮਪੁਰ ਕੀ ਲਿਖ, ਤੇ ਜੰਮਪੁਰੀ ਦੀਆਂ ਜਿੰਨੀਆਂ ਲਿਖਤਾਂ ਸਨ, ਦੁੱਖ ਮੌਤ ਕਾਲ, ਉਹ ਸਾਰਾ ਕਹਿੰਦੇ ਨਾਸ਼ ਹੋ ਗਿਆ ਜਦੋਂ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਪਏ। ਆਪ ਜੀ ਨੂੰ ਖਿਆਲ ਹੋਵੇਗਾ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਨਗਰ 'ਤੇ ਇੱਕ ਵਾਰੀ ਐਡੀ ਵੱਡੀ ਕਰੁਣਾ ਧਾਰਨ ਕੀਤੀ ਸੀ। ਕਿਹਾ ਕਿ ਜਿੰਨਾ ਚਿਰ ਅਸੀਂ ਸਰਗੁਣ ਰੂਪ ਕਰਕੇ, ਦੇਹਾ ਸਰੂਪ ਕਰਕੇ ਇਸ ਨਗਰੀ ਦੇ ਵਿੱਚ ਵਿਦਮਾਨ ਹਾਂ, ਉਹਨਾਂ ਚਿਰ ਸਾਡੇ ਜੀਵਤ, ਸਾਡੇ ਸਰਗੁਣ ਸਰੂਪ ਦੇ ਹੁੰਦਿਆਂ ਹੋਇਆਂ ਕਿਸੇ ਮਾਤਾ ਪਿਤਾ ਦਾ ਜਿਹੜਾ ਨੌਜਵਾਨ ਧੀ ਪੁੱਤਰ ਹੈ ਮ੍ਰਿਤੂ ਨਹੀਂ ਹੋਵੇਗਾ। ਭਾਵ ਕਿ ਕਾਲ ਨੂੰ ਬੰਨ ਲਗਾ ਦਿੱਤਾ ਗੁਰੂ ਅਮਰਦਾਸ ਸਰੂਪ ਨੇ। ਇਸ ਕਰਕੇ ਭੱਟ ਕੀਰਤ ਜੀ ਆਖਦੇ ਨੇ, ਛੋੜ ਜੰਮਪੁਰ ਕੀ ਲਿਖ, ਇਹ ਪਹਿਲਾ ਭਾਵ ਹੈ। ਦੂਜਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਗੁਰੂ ਅਮਰਦਾਸ ਦੀ ਸ਼ਰਨ ਪੈ ਗਏ, ਗੁਰੂ ਅਮਰਦਾਸ ਸਾਹਿਬ ਜੀ ਨੂੰ ਪਰਸ ਲਿਆ, ਉਹਨਾਂ ਦੇ ਸਾਰੇ ਅਗਿਆਨ ਤ੍ਰਿਸ਼ਨਾ ਵਾਸ਼ਨਾ ਦੇ ਕਰਮਾਂ ਦੇ ਬੰਧਨ ਕੱਟ ਕੇ ਗੁਰੂ ਸਾਹਿਬ ਜੀ ਉਹਨਾਂ ਨੂੰ ਸਦੀਵੀ ਤੌਰ 'ਤੇ ਅਮਰ ਅਜਰ ਕਰ ਦਿੰਦੇ ਹਨ। ਭਗਤ ਭਾਏ ਭਰਪੂਰ, ਹਿਰਦੈ ਉਚਰੈ ਕਰਤਾਰੈ। ਤਾਂ ਭੱਟ ਕੀਰਤ ਜੀ ਉਚਾਰਨ ਕਰਦੇ ਹਨ ਭਗਤ, ਕਿ ਸਿੱਖਾਂ ਨੂੰ ਭਗਤੀ ਦਾ ਮਾਰਗ ਸਿਖਲਾਉਣਾ। ਭਾਏ ਦਾ ਭਾਵ ਭਾਵਨਾ, ਬੜਾ ਪ੍ਰੇਮ ਹੋਣਾ। ਭੱਟ ਕੀਰਤ ਜੀ ਆਖਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਵਿੱਚ ਭਗਤੀ ਅਤੇ ਭਾਵਨਾ ਇੰਨੀ ਜ਼ਿਆਦਾ ਭਰਪੂਰ ਹੈ ਕਿ ਉਹਨਾਂ ਦੇ ਹਿਰਦਾ ਜਦੋਂ ਉਚਾਰਨ ਕਰਤਾਰ ਦਾ ਉਚਾਰਨ ਕਰਦੇ ਹਨ ਅਤੇ ਉਹਨਾਂ ਦਾ ਹਿਰਦਾ ਬੋਲਦਾ ਹੋਇਆ ਪ੍ਰਤੀਤ ਪੈਂਦਾ ਹੈ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੋ, ਕਿਤੋਂ ਵੀ ਪੜ੍ਹੋ, ਅਤੇ ਉਹਦੇ ਵਿੱਚ ਇਹ ਨੁਕਤਾ ਕਦੇ ਦੇਖਣਾ ਕਿ ਸਾਨੂੰ ਗੁਰੂ ਸਰੂਪ ਦਾ, ਗੁਰੂ ਦੇ ਨਾਲ ਕਿਵੇਂ ਨੇੜੇ ਹੋਏ ਜਾ ਸਕਦਾ। ਇਹਦਾ ਪਰਮ ਭੇਦ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਅੰਦਰ ਪ੍ਰਗਟਿਆ ਹੋਇਆ ਹੈ। ਇਸ ਕਰਕੇ ਭੱਟ ਕੀਰਤ ਜੀ ਆਖਦੇ ਹਨ ਕਿ ਜੇ ਹਿਰਦੈ ਉਚਰੈ ਕਰਤਾਰੈ, ਆਪਣੀ ਬਾਣੀ ਦੁਆਰਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਇਹ ਸੰਸਾਰ ਵਿੱਚ ਭਗਤੀ ਦਾ, ਪਰਮੇਸ਼ਰ ਦੇ ਸਤ ਸਰੂਪ ਦੇ ਨਾਲ ਭਾਏ ਭਾਵ ਕੇ ਭਾਵਨਾ ਦੀ ਭਰਪੂਰਤਾ ਦਾ ਪ੍ਰਕਾਸ਼ ਕਰਦੇ ਹੋ। ਗੁਰ ਗਾਹੁਰ ਦਰਿਆਓ, ਪਲਕ ਡੁਬੰਤਿਹੁ ਤਾਰੈ। ਤਾਂ ਜ਼ਿਕਰ ਕਰਦੇ ਹਨ ਕਿ ਭੱਟ ਕੀਰਤ ਜੀ ਗੁਰ ਗਾਹੁਰ, ਕਿ ਜਿਵੇਂ ਕੁਦਰਤੀ ਹੈ, ਗੁਰ ਗਾਹੁਰ ਦਾ ਭਾਵ ਹੈ ਕਿ ਜਿਹੜਾ ਸਮੁੱਚਾ ਜਗਤ ਰਚਿਆ ਹੈ, ਗੁਰੂ ਇਹਦੇ ਤੋਂ ਵੀ ਗਹਿਰੇ ਸਮੁੰਦਰ ਵਾਂਗ ਹੈ। ਪਲਕ ਡੁਬੰਤਿਹੁ ਤਾਰੈ, ਕਿ ਜਿਹਦੀ ਇੱਕ ਵਾਰੀ ਪਲਕ ਮਾਤਰ, ਜਰਾ ਜਿੰਨੀ ਵੀ ਨਜ਼ਰ ਗੁਰੂ ਅਮਰਦਾਸ ਸਾਹਿਬ ਜੀ ਜਿਹਦੇ ਉੱਪਰ ਪੈ ਗਈ, ਉਹ ਡੁੱਬਦਾ ਹੋਇਆ ਤਰ ਜਾਂਦਾ ਹੈ। ਭਾਵ ਕਿ ਇਹਨੂੰ ਸਰਲ ਢੰਗ ਦੇ ਨਾਲ ਆਖਣਾ ਹੋਵੇ ਕਿ ਜਿਹੜਾ ਜੀਵਨ ਸੰਸਾਰ ਰਚਿਆ ਹੋਇਆ ਹੈ, ਇਸ ਸੰਸਾਰ ਦੇ ਵਿੱਚ ਕਿਸੇ ਨੇ ਜਨਮ ਧਾਰਨ ਕਰਕੇ ਕਿਸੇ ਤਰ੍ਹਾਂ ਦੇ ਸ਼ੁਭ ਕਰਮ ਨਹੀਂ ਕੀਤੇ, ਅਤੇ ਬਿਲਕੁਲ ਉਹਦਾ ਜੀਵਨ ਇੱਕ ਪਾਸੇ ਗਲਤ ਕਰਮਾਂ ਦੀ ਤਰਫ ਰੁਚਿਤ ਰਿਹਾ, ਪਰਮੇਸ਼ਰ ਦੇ ਮਾਰਗ ਤੋਂ ਭਟਕਿਆ ਰਿਹਾ। ਪਰ ਦੂਜੀ ਤਰਫ ਜੇ ਉਹਦਾ ਜੀਵਨ ਵੀ ਸਮਾਪਤ ਹੋਣ ਵਾਲਾ ਹੈ, ਭਾਵ ਕਿ ਉਹਦੇ ਥੋੜ੍ਹੇ ਜਿਹੇ ਪ੍ਰਾਣ ਵੀ ਬਚੇ ਹਨ, ਭਾਵ ਕਿ ਜਨਮ ਵਿਅਰਥ ਵੀ ਗਿਆ ਅਤੇ ਜਨਮ ਖਤਮ ਵੀ ਹੋਣ ਵਾਲਾ ਹੈ, ਭਾਵ ਕਿ ਬਿਲਕੁਲ ਜੀਵਨ ਡੁੱਬਣ ਦੀ ਸਥਿਤੀ ਵਿੱਚ ਹੈ। ਅਤੇ ਭੱਟ ਕੀਰਤ ਜੀ ਉਚਾਰਨ ਕਰਦੇ ਹਨ, ਪਲਕ ਡੁਬੰਤਿਹੁ ਤਾਰੈ, ਕਿ ਇੱਕ ਖਿੰਨ ਨਜ਼ਰ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਡੁੱਬਦੇ ਹੋਏ ਦਾ ਕਲਿਆਣ ਕਰ ਦਿੰਦੇ ਹਨ। ਨਾਨਕ ਕੁਲ ਨਿਮਲ ਅਵਤਰਿਓ, ਗੁਣ ਕਰਤਾਰੈ ਉਚਰੈ। ਤਾਂ ਭੱਟ ਕੀਰਤ ਜੀ ਉਚਾਰਨ ਕਰਦੇ ਹਨ ਕਿ ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਆਪ ਜੀ ਦੀ ਨਿਰਮਲ ਕੁਲ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਪ੍ਰਕਾਸ਼ਮਾਨ ਹੋਏ, ਜਿਨ੍ਹਾਂ ਨੇ ਕਰਤਾਰ ਦੇ ਗੁਣਾਂ ਦਾ ਐਸਾ ਉਚਾਰਨ ਕੀਤਾ ਕਿ ਉਹਨਾਂ ਦੇ ਉਚਾਰਨ ਕੀਤੇ ਹੋਏ ਗੁਣ ਸਾਰੀ ਕਾਇਨਾਤ ਦੇ ਹਿਰਦੇ ਅੰਦਰ ਵਸ ਗਏ। ਗੁਰ ਅਮਰਦਾਸ ਜਿਨ ਸੇਵਿਓ, ਤਿਨ ਦੁੱਖ ਦਰਿਦਰ ਪਰ ਹਰ ਪਰੇ। ਅਤੇ ਭੱਟ ਕੀਰਤ ਜੀ ਗੁਰੂ ਸਿਫਤ ਕਰਦੇ ਹਨ ਕਿ ਹੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਨੇ ਆਪ ਜੀ ਦੇ ਮੁਬਾਰਕ ਚਰਨਾਂ ਨੂੰ ਸੇਵਿਆ, ਬਾਣੀ ਦੁਆਰਾ ਆਪ ਜੀ ਨੂੰ ਹਿਰਦੇ ਅੰਦਰ ਵਸਾਇਆ, ਭਾਵਨਾ ਕਰਕੇ ਆਪ ਜੀ ਨੂੰ ਅੰਗ ਸੰਗ ਜਾਣਿਆ। ਭੱਟ ਕੀਰਤ ਜੀ ਆਖਦੇ ਨੇ, ਤਿੰਨ ਦੁੱਖ, ਉਹਨਾਂ ਦੇ ਸਾਰੇ ਤਰ੍ਹਾਂ ਦੇ ਦੁੱਖ। ਆਪ ਜੀ ਨੇ ਮੱਥੋ ਮੁਰਾਰੀ ਦਾ ਜ਼ਿਕਰ ਸੁਣਿਆ ਹੈ, ਉਹ ਕਿਵੇਂ ਸੀ, ਉਹਦੀ ਹਾਲਤ ਕਿਹੋ ਜਿਹੀ ਸੀ। ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਐਸਾ ਉਭਾਰ ਕੀਤਾ। ਤਾਂ ਭੱਟ ਕੀਰਤ ਜੀ ਜ਼ਿਕਰ ਕਰਦੇ ਹਨ, ਤਿੰਨ ਦੁੱਖ ਦਰਿਦਰ ਪਰ ਹਰ ਪਰੇ, ਕਿ ਜਿਹੜੇ ਜੀਵਨ ਦੇ ਵਿੱਚ ਸਗਲੇ ਦੁੱਖ ਹਨ, ਦਰਿਦਰ ਦਾ ਭਾਵ ਜਿਹੜੀ ਕੰਗਾਲੀ, ਪ੍ਰਾਲਬੱਧ ਦੀ ਕੰਗਾਲੀ, ਅਧਿਆਤਮਕ ਕੰਗਾਲੀ ਅਤੇ ਜਿਹੜੀ ਰਾਜਸੀ ਕੰਗਾਲੀ, ਕਹਿੰਦੇ ਇਹ ਸਾਰੇ ਪਰ ਹਰੈ ਪਰੈ, ਸਾਰੇ ਦੂਰ ਹੋ ਕੇ ਨਾਸ਼ ਹੋ ਜਾਂਦੇ ਹਨ। ਚਿੱਤ ਚਿਤਵੋ ਅਰਦਾਸ ਕਹੋ,
ਪਰ ਕਹਿ ਪੀ ਨਾ ਸਕੋ। ਹੁਣ ਭੱਟ ਕੀਰਤ ਜੀ ਇੱਕ ਸਿੱਖ ਦੀ ਭਾਵਨਾ ਵਾਲੀ ਅਰਦਾਸ ਜਿਹੜੀ ਗੁਰੂ ਸਾਹਿਬ ਜੀ ਦੇ ਸਨਮੁਖ ਹੋਣੀ ਚਾਹੀਦੀ ਹੈ, ਉਹਦਾ ਆਪਣੇ ਅੰਦਰੂਨੀ ਭਾਵ ਕਰਕੇ ਜ਼ਿਕਰ ਕਰ ਰਹੇ ਹਨ। ਆਖਦੇ ਹਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਜਦੋਂ ਤੁਹਾਡੇ ਦਰਬਾਰ ਦੇ ਵਿੱਚ ਦੇਖਦਾ ਕਿ ਦਰਸ਼ਨ ਕਰਨ ਵਾਲਿਆਂ ਨੂੰ ਜਪ ਤਪ ਸਤ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ, ਦੀਨਾਂ ਦੁਖੀਆਂ ਦੇ ਦੁੱਖਾਂ ਦਾ ਨਿਵਰਤ ਹੋ ਜਾਂਦਾ ਹੈ, ਪਾਪੀਆਂ ਅਗਿਆਨੀਆਂ ਦੁਰਮਤ ਵਾਲਿਆਂ ਨੂੰ ਇੱਕ ਖਿਣ ਮਾਤਰ ਦੇ ਵਿੱਚ ਉਭਾਰ ਲੈਂਦੇ ਹੋ, ਤਾਂ ਭੱਟ ਕੀਰਤ ਜੀ ਉਚਾਰਨ ਕਰਦੇ ਹਨ ਕਿ ਆਪ ਜੀ ਦੀ ਸ਼ਰਨ ਆਇਆ। ਇਹ ਸਾਰੀ ਮਹਿਮਾ ਦੇਖ ਕੇ ਮਨ 'ਚ ਖਿਆਲ ਬਣਦਾ, ਚਿੱਤ ਚਿਤਵੋ। ਚਿੱਤ ਚਾਹੁੰਦਾ ਹੈ ਕਿ ਮੈਂ ਵੀ ਆਪਣੀ ਕਲਿਆਣ ਕਰਨ ਦੇ ਲਈ ਅਰਦਾਸ ਕਹਾਂ ਕਿ ਜਦੋਂ ਦੇਖਦਾ ਹਾਂ ਕਿ ਕੋੜੀਆਂ ਵਰਗੇ ਨਵਾਜੇ ਗਏ ਹੰਕਾਰੀਆਂ ਦਾ ਨਾਸ਼ ਕਰਕੇ ਉਹਨਾਂ ਨੂੰ ਨਿਮਰਤਾ ਦਾ ਜੀਵਨ ਪਹਿਨਾ ਦਿੱਤਾ, ਬੜਾ ਗਿਆਨ ਦਾ ਪ੍ਰਕਾਸ਼ ਕਰਕੇ ਪਰਮਹੰਸ ਵਰਗੇ ਗੁਰਸਿੱਖਾਂ ਨੂੰ ਬਣਾ ਦਿੱਤਾ, ਅਤੇ ਮੰਜੀਦਾਰ ਥਾਪ ਕੇ ਉਹਨਾਂ ਨੂੰ ਗਿਆਨ ਦੇ ਮੁਜੱਸਮ ਬਣਾ ਦਿੱਤਾ, ਸਾਰੀ ਲੋਕਾਈ ਵਿੱਚ ਉਹਨਾਂ ਦੀ ਪੂਜ ਕਰਵਾ ਦਿੱਤੀ। ਕਹਿੰਦੇ ਇਸ ਸਾਰੀ ਮਹਿਮਾ ਨੂੰ ਨਿਹਾਰ ਕੇ ਗੁਰੂ ਅਮਰਦਾਸ ਸਾਹਿਬ ਜੀ, ਮੇਰੇ ਚਿੱਤ ਅੰਦਰ ਇੱਕ ਫੁਰਨਾ ਫੁਰਦਾ ਹੈ ਕਿ ਮੈਂ ਵੀ ਆਪਣੀ ਅਰਦਾਸ ਤੁਹਾਡੇ ਸਨਮੁਖ ਰੱਖਾਂ। ਪਰ ਕਹਿੰਦੇ ਜਦੋਂ ਤੁਹਾਡੇ ਅੰਤਰਜਾਮੀ ਸਰੂਪ ਦਾ, ਜਦੋਂ ਤੁਹਾਡੇ ਨਾਰਾਇਣ ਸਰੂਪ ਦਾ, ਜਦੋਂ ਘੱਟ ਘੱਟ ਵਿਆਪਕ ਸਰੂਪ ਦਾ ਮੈਨੂੰ ਖਿਆਲ ਆਉਂਦਾ ਹੈ, ਜਾਂ ਜਦੋਂ ਤੁਹਾਡੇ ਸਨਮੁਖ ਹੋ ਕੇ ਅਰਦਾਸ ਲੈ ਕੇ ਆਉਂਦਾ ਹਾਂ, ਤੁਹਾਡੇ ਦਰਸ਼ਨਾਂ ਦਾ, ਤੁਹਾਡੀ ਅਜ਼ਮਤ ਦਾ, ਤੁਹਾਡੀ ਅਧਿਆਤਮਿਕ ਪ੍ਰਕਾਸ਼ ਦਾ ਇੰਨਾ ਵੱਡਾ ਜਲਾਉ ਹੈ ਕਿ ਮੇਰੀ ਛੋਟੀ ਜੀ ਜ਼ੁਬਾਨ ਜਾਂ ਮੇਰਾ ਹਿਰਦਾ ਉਹ ਬੋਲ ਕਹਿਣ ਤੋਂ ਅਸਮਰੱਥ ਹੋ ਜਾਂਦਾ ਹੈ। ਭਾਵ ਕਿ ਜਦੋਂ ਆਪ ਜੀ ਦੇ ਪਹਿਲਾਂ ਮਨ 'ਚ ਖਿਆਲ ਆਉਂਦਾ ਕਿ ਆਪਣੀ ਅਰਦਾਸ ਕਹਾਂ, ਜੋ ਵੀ ਮੇਰੇ ਮਨ ਦੀ ਭਾਵਨਾ ਹੈ, ਪਰ ਜਦੋਂ ਆਪ ਜੀ ਦੇ ਸਨਮੁਖ ਹਾਜ਼ਰ ਹੋ ਜਾਣਾ ਅਤੇ ਆਪ ਦੇ ਸਰੂਪ 'ਚੋਂ ਕਿਰਪਾ ਇਉਂ ਝਰਦੀ ਹੋਈ ਪ੍ਰਤੀਤ ਹੁੰਦੀ ਹੈ ਕਿ ਮੈਨੂੰ ਲੱਗਦਾ ਕਿ ਮੇਰੀ ਅਰਦਾਸ ਦਾ ਕਹਿਣਾ, ਮੈਨੂੰ ਉਹ ਸ਼ਬਦ ਹੀ ਭੁੱਲ ਜਾਂਦੇ ਹਨ। ਭੱਟ ਕੀਰਤ ਜੀ ਉਚਾਰਨ ਕਰਦੇ ਹਨ, ਕਹਿੰਦੇ ਫਿਰ ਹਿਰਦੇ ਅੰਦਰ ਖਿਆਲ ਆਉਂਦਾ ਹੈ, ਸਰਬ ਚਿੰਤ ਤੁਝ ਪਾਸ, ਕਿ ਮੈਂ ਕਿਹੜੀ ਚਿੰਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦੇ ਸਨਮੁਖ ਕਵਾਂ। ਇਹ ਕਵਾਂ ਕਿ ਮੈਨੂੰ ਦੁਨਿਆਵੀ ਦੁੱਖ ਨਿਵਰਤ ਹੋ ਜਾਣ, ਇਹ ਕਵਾਂ ਕਿ ਮੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇ, ਇਹ ਕਹਾਂ ਕਿ ਮੈਨੂੰ ਆਪਣੇ ਸਰੂਪ ਦੇ ਨਾਲ ਜੋੜ ਲਓ। ਉਹਨਾਂ ਨੇ ਪਹਿਲਾਂ ਜ਼ਿਕਰ ਕੀਤਾ, ਜਿਹੜਾ ਪਿੱਛੇ ਆਪ ਜੀ ਜ਼ਿਕਰ ਸ਼ਰਵਣ ਕਰ ਰਹੇ ਹੋ, ਜਿਹੜਾ ਜ਼ਿਕਰ ਕੀਤਾ, ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਣ ਤੁ, ਕਿ ਭਾਵ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਮੈਂ ਤੁਹਾਡੀ ਸ਼ਰਨ ਉਹਨਾਂ ਵਾਂਗ ਨਹੀਂ ਆਇਆ ਜਿਨ੍ਹਾਂ ਦੇ ਹਿਰਦੇ ਵਿੱਚ ਨਾ ਤਾਂ ਜਗਿਆਸਾ ਹੈ, ਨਾ ਭਾਵਨਾ ਹੈ, ਨਾ ਪ੍ਰਤੀਤ ਹੈ, ਅਤੇ ਨਾ ਹੀ ਉਹ ਸਤਿਗੁਰੂ ਨੂੰ ਪੂਰਾ ਸਮਰਪਣ ਕਰ ਸਕਦੇ ਹਨ। ਇਸ ਕਰਕੇ ਕਹਿੰਦੇ ਜਦੋਂ ਮੈਂ ਆਪ ਦੀ ਸ਼ਰਨ ਆਇਆ ਅਤੇ ਮੈਨੂੰ ਇਹ ਸਾਰੀਆਂ ਹਾਲਤਾਂ ਦਾ ਪਤਾ ਹੈ ਕਿ ਜਗਿਆਸਾ ਵੀ ਪੂਰਨ ਹੈ, ਹਿਰਦਾ ਵੀ ਭਾਵਨਾ ਦੇ ਨਾਲ ਲਬਰੇਜ ਹੈ, ਅਤੇ ਭਰੋਸਾ ਵੀ ਅਥਾਹ ਹੈ, ਅਤੇ ਮੁਕਤੀ ਵੀ ਮੇਰੀ ਇਸੇ ਦਰ ਤੋਂ ਹੋਣੀ ਹੈ। ਕਹਿੰਦੇ ਫਿਰ ਮੈਂ ਕਿਹੜੀ ਚਿੰਤਾ ਦਾ ਜ਼ਿਕਰ, ਕੋਈ ਵੱਖਰੀ ਤਾਂ ਹੋਵੇ ਜਿਹੜੀ ਆਪਣੇ ਕੋਲ, ਜਿਹੜੀ ਦਾ ਪਤਾ ਸਤਿਗੁਰੂ ਸਾਹਿਬ ਜੀ ਆਪ ਜੀ ਨੂੰ ਨਾ ਹੋਵੇ। ਕੋਈ ਐਸੀ ਚਿੰਤਾ, ਜਦੋਂ ਮੇਰੇ ਜੀਵਨ ਦੀ ਸਾਰੀ ਰਚਨਾ ਦੇ ਮਾਲਕ ਹੀ ਤੁਸੀਂ ਹੋ, ਮੇਰੇ ਘਟ ਘਟ ਦੀ ਜਾਣਨਹਾਰ ਹੀ ਤੁਸੀਂ ਹੋ, ਤੇ ਕਿਹੜੀ ਚਿੰਤਾ ਰੱਖਾਂ ਆਪ ਦੇ ਸਨਮੁਖ। ਕਹਿਣ ਲੱਗੇ ਸਰਬ ਚਿੰਤ ਤੁਝ ਪਾਸ, ਮੈਂ ਆਪ ਜੀ ਦੀ ਸ਼ਰਨ ਇਸ ਤਰ੍ਹਾਂ ਆਇਆ ਕਿ ਮੇਰੀਆਂ ਸਾਰੀਆਂ ਚਿੰਤਾਵਾਂ ਤੁਹਾਡੇ ਪਾਸ ਹੀ ਹਨ। ਬਸ ਇੱਕੋ ਜੀਵਨ ਦਾ ਆਧਾਰ ਚਾਹੀਦਾ ਹੈ, ਸਾਧ ਸੰਗਤ ਹਉ ਤਕਉ, ਕਿ ਤੇਰੀ ਸਾਰੀ ਬਖਸ਼ਿਸ਼ ਸਾਧ ਸੰਗਤ ਦੇ ਵਿੱਚ ਵਰਸਦੀ ਹੈ। ਗੁਰੂ ਅਮਰਦਾਸ ਸਾਹਿਬ ਜੀ, ਇੱਕੋ ਆਧਾਰ ਚਾਹੀਦਾ ਹੈ। ਇੱਕ ਚਿੰਤ ਜਿਹੜੀ ਮਨ ਦੇ ਅੰਦਰ ਥੋੜ੍ਹੀ ਜਿਹੀ ਬਚਦੀ, ਉਹ ਇਹ ਹੈ ਕਿ ਸਾਧ ਸੰਗਤ ਦੇ ਵਿੱਚ ਤੁਹਾਡੀ ਪਰਮ ਕਿਰਪਾ ਦਾ ਪ੍ਰਕਾਸ਼ ਹੈ। ਮੈਂ ਸਦਾ ਸਾਧ ਸੰਗਤ ਰੂਪ ਵਿੱਚ ਜੁੜ ਕੇ ਤੁਹਾਡੀ ਕਿਰਪਾ ਦੇ ਸਭ ਤਰੀਕਿਆਂ ਦੇ ਨਾਲ ਪਾਤਰ ਬਣਦਾ ਰਹਾਂ। ਤੇਰਾ ਹੁਕਮ ਪਵੈ ਨੀਸਾਨ, ਤਉ ਕਰੋ ਸਾਹਿਬ ਕੀ ਸੇਵਾ। ਤਾਂ ਭੱਟ ਕੀਰਤ ਜੀ ਆਖਦੇ ਹਨ ਕਿ ਪਹਿਲਾਂ ਜਦੋਂ ਅਰਦਾਸ ਕਰਨੀ ਤਾਂ ਕੋਈ ਹੋਰ ਭਾਵਨਾ ਸੀ, ਕਿ ਚਿੱਤ ਬੜੇ ਤਰ੍ਹਾਂ ਦੀ ਅਰਦਾਸ ਨੂੰ ਚਾਹੁੰਦਾ ਸੀ, ਪਰ ਕਹਿੰਦੇ ਜਦੋਂ ਗੁਰੂ ਨੂੰ ਗੁਰ ਸਰੂਪ ਵਜੋਂ ਦੇਖਿਆ। ਹੁਣ ਇੱਥੇ ਇੱਕ ਨੁਕਤਾ ਆਪਦੇ ਸਨਮੁਖ ਖਰਜ ਕਰਦਿਆਂ, ਜਦੋਂ ਗੁਰੂ ਨੂੰ ਗੁਰ ਸਰੂਪ ਵਜੋਂ ਦੇਖਿਆ, ਭਾਵ ਕਿ ਜੋ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨਾਨਕ ਕੁਲ ਦੇ ਉੱਤਰਾਧਿਕਾਰੀ ਹਨ, ਇਹ ਕਿਵੇਂ ਬਣੇ। ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਾਰੀ ਵਡਿਆਈ ਦਾ ਫਿਰ ਨੁਕਤਾ ਸਮਝ ਆਇਆ ਕਿ ਇਹ ਸਾਰੀ ਸੇਵਾ ਦੇ ਵਿੱਚੋਂ ਬਣੀ ਹੈ। ਤਾਂ ਕਹਿੰਦੇ ਫਿਰ ਮੇਰੀ ਅਰਦਾਸ ਹੁਣ ਕੀ ਹੈ, ਤੇਰਾ ਹੁਕਮ ਪਵੈ ਨਿਸ਼ਾਨ, ਕਿ ਮੇਰੇ ਮਸਤਕ ਦੇ ਉੱਪਰ ਇੱਕ ਇਹੋ ਜਿਹਾ ਨਿਸ਼ਾਨ ਲਿਖ ਦਿਓ, ਇੱਕ ਇਹੋ ਜਿਹੀ ਕਿਰਪਾ ਦਾ ਚਿੰਨ੍ਹ ਉੱਕਰ ਦਿਓ,
ਤਉ ਕਰੋ ਸਾਹਿਬ ਕੀ ਸੇਵਾ। ਕਿ ਜਿਵੇਂ ਸੇਵਾ ਦੀ ਅਥਾਹ ਕਾਲਣਾ ਦੇ ਨਾਲ ਆਪ ਜੀ ਗੁਰੂ ਨਾਨਕ ਸਰੂਪ ਹੋ ਗਏ, ਉਹ ਸਾਨੂੰ ਵੀ ਸੇਵਾ ਦੀ ਐਸੀ ਉੱਤਮ ਅਣਥੱਕ ਸਾਧਨਾ ਬਖਸ਼ਿਸ਼ ਕਰੋ ਕਿ ਅਸੀਂ ਵੀ ਆਪ ਜੀ ਦੇ ਸਰੂਪ ਵਿੱਚ ਅਭੇਦ ਹੋ ਸਕੀਏ। ਇਸ ਕਰਕੇ ਜ਼ਿਕਰ ਕਰਦੇ ਹਨ, ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ। ਅਤੇ ਭੱਟ ਕੀਰਤ ਜੀ ਆਖਦੇ ਹਨ ਕਿ ਸਾਨੂੰ ਸਤਿਗੁਰੂ ਨੂੰ ਦੇਖਣਾ ਨਹੀਂ ਆਉਂਦਾ। ਸਤਿਗੁਰੂ ਜਿਵੇਂ ਕੁਦਰਤੀ ਹੈ, ਜਿਵੇਂ ਵਰਖਾ ਹੋ ਰਹੀ ਹੋਵੇ ਅਤੇ ਜੇ ਘੜਾ ਭਰਨਾ ਹੈ ਤਾਂ ਘੜੇ ਦੇ ਭਰਨ ਦੇ ਲਈ ਕੀ ਕਰਨਾ ਪਏਗਾ? ਇੱਕ ਤਾਂ ਘੜੇ ਤੋਂ ਟੱਕਣ ਹਟਾਉਣਾ ਪਏਗਾ, ਦੂਜਾ ਘੜੇ ਦਾ ਮੂੰਹ ਆਕਾਸ਼ ਵੱਲ ਰੱਖਣਾ ਪਏਗਾ। ਭੱਟ ਕੀਰਤ ਜੀ ਆਖਦੇ ਨੇ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦਰਬਾਰ ਅੰਦਰ ਸੁਭਾਏਮਾਨ ਸ਼ੋਭਨੀਕ ਵਿਰਾਜਮਾਨ ਹੁੰਦੇ ਨੇ, ਉਹਨਾਂ ਦੇ ਦੇਖਣ ਤੋਂ, ਉਹਨਾਂ ਦੇ ਬਚਨ ਤੋਂ, ਉਹਨਾਂ ਦੇ ਸਮਾਧੀ ਸਰੂਪ ਤੋਂ ਹਰ ਵੇਲੇ ਕਿਰਪਾ ਦਾ ਹੀ ਪ੍ਰਕਾਸ਼ ਹੋ ਰਿਹਾ ਹੁੰਦਾ ਹੈ। ਬਸ ਸਾਨੂੰ ਆਪਣੀ ਅਵਸਥਾ ਵਾਚਣ ਦੀ ਲੋੜ ਹੈ ਕਿ ਗੁਰੂ ਆਪਣੇ ਨਾਮ ਦਾ ਕਰਤਾ ਹੋ ਕੇ ਸਾਰੇ ਤਰੀਕਿਆਂ ਨਾਲ ਬਖਸ਼ਿਸ਼ ਕਰਦੇ ਆ। ਜਦੋਂ ਸਾਡੇ ਸਰੂਪ ਵੱਲ ਦੇਖੇ ਅਤੇ ਸਾਡੀ ਅੱਖਾਂ ਤੋਂ ਸਾਡੀ ਭਾਵਨਾ ਦਾ ਪਤਾ ਲੱਗੇ, ਸਾਡੇ ਚਿਹਰੇ ਦੀ ਹਾਲਤ ਤੋਂ ਪਤਾ ਲੱਗੇ ਕਿ ਅਸੀਂ ਜਗਿਆਸੂ ਹੋ ਕੇ ਬੈਠੇ ਹਾਂ, ਜਾਂ ਸਾਡੇ ਚਿਹਰੇ ਦੀ ਹਾਲਤ ਤੋਂ ਪਤਾ ਲੱਗੇ ਕਿ ਅਸੀਂ ਦੀਨ ਹੋ ਕੇ ਸਤਿਗੁਰੂ ਦੀ ਸ਼ਰਨ ਆਏ ਹਾਂ, ਤਾਂ ਭੱਟ ਕੀਰਤ ਜੀ ਆਖਦੇ ਹਨ, ਜ਼ਿਕਰ ਕਰਦੇ ਹਨ ਤੇਰਾ ਹੁਕਮ ਪਵੈ ਨੀ ਜਬ ਗੁਰ ਦੇਖੈ ਸ਼ੁਭ ਦਿਸ਼ਟ। ਜੇ ਗੁਰੂ ਨੇ ਇੱਕ ਵਾਰੀ ਸ਼ੁਭ ਦ੍ਰਿਸ਼ਟੀ ਦੇ ਨਾਲ, ਗੁਰੂ ਦੀ ਸ਼ੁਭ ਦ੍ਰਿਸ਼ਟੀ ਤੇਰੇ ਉੱਪਰ ਪੈ ਗਈ, ਕਹਿੰਦੇ ਨਾਮ ਕਰਤਾ, ਨਾਮ ਦਾ ਕਰਤਾ ਸਤਿਗੁਰੂ ਮੁੱਖ ਮੇਵਾ। ਐਸਾ ਨਾਮ ਦਾ ਰਸ ਸਾਡੇ ਜੀਵਨ 'ਚ ਸੰਚਾਰ ਕਰ ਦੇਵੇਗਾ ਕਿ ਨਾਮ ਦਾ ਅਭਿਆਸ ਮੇਵੇ ਦੀ ਮਿਠਾਸ ਵਾਂਗ ਸਾਨੂੰ ਮੁੱਖ ਵਿੱਚ ਪ੍ਰਤੀਤ ਕਰਾ ਦੇਣਗੇ। ਅਗੰਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹੋ। ਭੱਟ ਕੀਰਤ ਦੀ ਉਚਾਰਨ ਕਰਦੇ ਹਨ ਅਗੰਮ। ਹੁਣ ਜੀਵਨ ਜਿਵੇਂ ਦੇਖੋ ਆ ਜਿੰਨੀ ਮਨੁੱਖ ਨੇ ਤਰੱਕੀ ਕੀਤੀ, ਇਹਦੇ ਕੋਲੋਂ ਕੀ ਪੈਮਾਨੇ ਹਨ। ਬੁੱਧੀ ਕਰਕੇ ਪਹਿਲਾਂ ਗਿਆਨ ਦੀ ਖੋਜ ਕੀਤੀ, ਵਿਗਿਆਨਕ ਖੋਜ ਕੀਤੀ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਲਈਆਂ। ਆਕਾਸ਼ ਦੇ ਵਿੱਚ ਉੱਚਾ ਉੱਡਣ ਦਾ ਖਿਆਲ ਕਿਵੇਂ ਆਇਆ? ਕਲਪਨਾ ਦੁਆਰਾ। ਕਿਆ ਪੰਛੀ ਉੱਡ ਸਕਦਾ, ਅਸੀਂ ਕਿਉਂ ਨਹੀਂ ਉੱਡ ਸਕਦੇ? ਇਸ ਤਰ੍ਹਾਂ ਭਾਵ ਕਿ ਬੁੱਧੀ ਦੁਆਰਾ, ਕਲਪਨਾ ਦੁਆਰਾ ਜਿਹੜਾ ਹੈ ਕਿਸੇ ਚੀਜ਼ ਦੀ ਕਲਪਨਾ ਕੀਤੀ ਜਾਂਦੀ, ਜ਼ਿਕਰ ਕੀਤਾ ਜਾਂਦਾ ਹੈ। ਪਰ ਜਦੋਂ ਭੱਟ ਕੀਰਤ ਦੀ ਅਗੰਮ ਸ਼ਬਦ ਆਖਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਜੀ ਜੇ ਮਨ, ਬੁੱਧੀ, ਕਲਪਨਾ ਦੁਆਰਾ ਤੁਹਾਡੇ ਸਰੂਪ ਦਾ ਖਿਆਲ ਧਰੀਏ ਤਾਂ ਵੀ ਉਹਦਾ ਪਾਰਾਵਾਰ ਗੰਮਤਾ ਤੋਂ ਪਰੇ ਹੈ। ਅਲੱਖ ਦਾ ਭਾਵ ਕਿ ਜੇ ਜ਼ੁਬਾਨ ਦੇ ਨਾਲ ਬਸਦਾ ਕਾਗਜ਼ ਜਾਓ ਕਰੋ ਹਰ ਜਸ ਲਿਖਣ ਨਾ ਜਾਏ। ਕਰੋੜਾਂ ਕਲਮਾਂ ਲੱਗ ਕੇ, ਕਰੋੜਾਂ ਕਾਗਜ਼ ਲਗਾ ਕੇ ਆਪ ਜੀ ਦੀ ਸਿਫਤ ਕੀਤੀ ਜਾਵੇ, ਅਲੱਖ ਤਾਂ ਵੀ ਨਹੀਂ ਕੱਥੀ ਜਾਏਗੀ। ਕਾਰਨ ਪੁਰਖ, ਅਤੇ ਇਸ ਸ੍ਰਿਸ਼ਟੀ ਵਿੱਚ ਵਰਤ ਕੇ ਜੋ ਕਿਰਿਆ ਵੀ ਵਰਤਣੀ ਹੈ, ਚਾਹੇ ਉਹ ਸੰਸਾਰ ਨੂੰ ਉਲਟ ਜਾਪਦੀ ਹੋਵੇ ਜਾਂ ਸ਼ੁਭ ਜਾਪਦੀ ਹੋਵੇ, ਪੁਰਖ ਰੂਪ ਹੋ ਕੇ ਆਪ ਜੀ ਹੀ ਉਹਦੇ ਅੰਦਰ ਸਮਾਏ ਹੋ। ਅਗੰਮ ਅਲਖ ਕਾਰਨ ਪੁਰਖ ਜੋ ਫੁਰਮਾਵਹਿ ਸੋ ਕਹੋ। ਜੋ ਅਕਾਲ ਪੁਰਖ ਸਰੂਪ ਹਿਰਦੇ ਕਰਕੇ ਤੁਹਾਨੂੰ ਆਗਿਆ ਬਖਸ਼ਿਸ਼ ਕਰਦੇ ਹਨ, ਉਹੀ ਆਪ ਜੀ ਜਗਤ ਵਿੱਚ ਬਖਿਆਨ ਕਰਦੇ ਹੋ। ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੇ ਤੇਵਰ ਹੋ। ਸਵਈਆਂ ਦਾ ਜ਼ਿਕਰ ਸਿਲਸਿਲੇਵਾਰ ਧਿਆਨ ਦੇ ਵਿੱਚ ਜ਼ਰੂਰ ਰੱਖੋ। ਪਹਿਲਾਂ ਭੱਟ ਕੀਰਤ ਜੀ ਨੇ ਉਚਾਰਨ ਕੀਤਾ ਸੀ ਜਦੋਂ ਸ਼ਰਨ ਆਏ, ਜ਼ਿਕਰ ਕੀਤਾ ਗੁਰੂ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋ ਪਾ ਸ਼ਰਨ। ਭਾਵ ਕਿ ਸਰਲ ਭਾਵ ਕਰਕੇ ਕਿਹਾ ਕਿ ਗੁਰੂ ਅਮਰਦਾਸ ਸਾਹਿਬ ਜੀ ਮੈਂ ਤੁਹਾਡੀ ਸ਼ਰਨ ਆਇਆ, ਮੇਰੇ ਸ਼ਰਨ ਆਏ ਦੀ ਲਾਜ ਰੱਖੋ। ਫਿਰ ਜ਼ਿਕਰ ਕੀਤਾ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ, ਕਿ ਤੁਹਾਡੀ ਸ਼ਰਨ ਆ ਗਿਆ ਅਤੇ ਸ਼ਰਨ ਆ ਕੇ ਐਸਾ ਅਹਿਸਾਸ ਪੈਦਾ ਹੋਇਆ ਕਿ ਹੁਣ ਅਨੇਕਾਂ ਕਰੋੜਾਂ ਜਨਮ ਤੁਹਾਡੀ ਸ਼ਰਨ ਹੀ ਰਹਿਣਾ ਚਾਹੁੰਦਾ ਹਾਂ। ਫਿਰ ਸ਼ਰਨ ਦੀ ਜਿਹੜੀ ਕਿਰਪਾ ਹੈ ਉਹਦਾ ਜ਼ਿਕਰ ਕੀਤਾ। ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੇ। ਅਤੇ ਹੁਣ ਇੰਨਾ ਜ਼ਿਆਦਾ ਸਮਰਪਣ ਭੱਟ ਕੀਰਤ ਜੀ ਦੇ ਅੰਦਰ ਆ ਗਿਆ। ਜਦੋਂ ਇਹ ਆ ਜਾਂਦਾ ਹੈ ਉਦੋਂ ਹੀ ਸਿੱਖ ਦਾ ਜੀਵਨ ਪੂਰਾ ਹੁੰਦਾ। ਅਤੇ ਕਹਿੰਦੇ ਜ਼ਿਕਰ ਕਰਦੇ ਹਨ ਗੁਰ ਅਮਰਦਾਸ ਕਾਰਨ ਕਰਨ। ਭਾਵ ਕਿ ਇਹ ਗੁਰੂ ਅਮਰਦਾਸ ਸਰੂਪ ਦੀ ਗੁਰੂ ਸਾਹਿਬ ਜੀ ਦਾ ਇੱਕ ਵਾਕ ਹੈ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ। ਭੱਟ ਕੀਰਤ ਜੀ ਉਚਾਰਨ ਕਰਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਜੀ ਕਾਰਨ, ਸਾਡੀ ਰਚਨਾ ਨੂੰ ਬਣਾਉਣ ਵਾਲੇ ਆਪ ਜੀ ਹੋ। ਫਿਰ ਜਦੋਂ ਆਪ ਜੀ ਦੀ ਰਚੀ ਹੋਈ ਮਾਇਆ ਦੇ ਪਰਪੰਚ ਕਰਕੇ ਸਾਡਾ ਮਨ ਭਰਮ ਗਿਆ, ਭਾਵ ਕਿ ਅਹੰਕਾਰੀ ਹੋ ਗਏ, ਉਹ ਕਾਰਨ ਵੀ ਆਪ ਜੀ ਨੇ ਬਣਾਇਆ।
ਫਿਰ ਅਗਲਾ ਕਾਰਨ ਕਿ ਸਾਨੂੰ ਮਨੁੱਖਾ ਜਨਮ ਦੇ ਕੇ ਆਪਣੇ ਪ੍ਰਤੱਖ ਸਰੂਪ ਦੇ ਨਾਲ ਮਿਲਵਾ ਲਿਆ। ਤੇ ਫਿਰ ਪ੍ਰਤੱਖ ਸਰੂਪ ਕਰਕੇ ਵੀ 1 ਸਾਲ ਭਟਕਦੇ ਰਹੇ, ਆਪ ਜੀ ਦੀ ਸ਼ਰਨ ਆਏ, ਸਾਰੇ ਕਾਰਣਾਂ ਨੂੰ ਸਿਰਜਣ ਵਾਲੇ। ਫਿਰ ਜਦੋਂ ਆਪ ਜੀ ਦੀ ਕਾਰਨ ਕਰਕੇ ਆਪ ਜੀ ਦੀ ਸ਼ਰਨ ਆ ਗਏ, ਤੇ ਹੁਣ ਜਿਹੜਾ ਭਗਤੀ ਦਾ, ਗਿਆਨ ਦਾ, ਆਤਮ ਸਰੂਪ ਦਾ ਭੇਦ ਪਤਾ ਲੱਗਣਾ, ਇਹ ਵੀ ਕੋਈ ਸਾਡਾ ਆਪਣਾ ਯਤਨ ਨਹੀਂ ਹੈ। ਕਹਿੰਦੇ ਕਰਨ, ਇਹ ਵੀ ਸਾਰਾ ਕੁਝ ਆਪ ਹੀ ਕਰਨ ਦੇ ਸਮਰੱਥ। ਇਸ ਕਰਕੇ ਜਿਵ ਤੂੰ ਰੱਖੇ ਤਿਵ ਰਹੋ, ਐਡਾ ਵੱਡਾ ਸਮਰਪਣ ਹੋਣਾ ਚਾਹੀਦਾ ਹੈ। ਭੱਟ ਕੀਰਤ ਜੀ ਆਖਦੇ ਹਨ ਕਿ ਜਦੋਂ ਸਾਡੀ, ਕਿਉਂਕਿ ਜ਼ਿਕਰ ਆਪ ਜੀ ਨੇ ਸਰਵਣ ਕੀਤਾ ਭੱਟ ਸਾਹਿਬਾਨਾਂ ਦਾ, ਕਿ ਇਹ ਕਾਂਸ਼ੀ ਵਿਖੇ ਵੇਦ ਵਾਸ ਕਰਦੇ ਸਨ, ਅਤੇ ਵੇਦਾਂ ਨੂੰ ਅਹੰਕਾਰ ਹੋ ਗਿਆ ਕਿ ਸਾਡੇ ਬਿਨਾਂ ਕੋਈ ਗਿਆਨੀ ਨਹੀਂ ਹੋ ਸਕਦਾ। ਉਸ ਵਕਤ ਈਸ਼ਵਰੀ ਬਾਣੀ ਹੋਈ ਕਿ ਅਸਲ ਦੇ ਵਿੱਚ ਗੁਰੂ ਗਿਆਨ ਦਾ ਪ੍ਰਕਾਸ਼ਕ ਹੈ, ਤੁਸੀਂ ਤੇ ਗਿਆਨ ਦਾ ਸਾਜਿਆ ਹੋਇਆ ਸਰੋਤ ਹੋ। ਇਸ ਕਰਕੇ ਤੁਹਾਡਾ ਅਹੰਕਾਰ ਨਿਵਰਤ ਹੋਵੇ, ਤੁਸੀਂ ਹੁਣ ਮਨੁੱਖਾ ਰੂਪ ਧਾਰਨ ਕਰਕੇ ਧਰਤੀ 'ਤੇ ਚੱਲੋ। ਕਹਿੰਦੇ ਪਹਿਲਾਂ ਮੁੱਖ ਤੋਂ ਬਾਣੀ ਕਰਕੇ ਉਚਾਰਿਆ, ਫਿਰ ਅਹੰਕਾਰ ਕਰਕੇ ਭਰਮੇ, ਫਿਰ ਮਨੁੱਖਾ ਰੂਪ ਧਾਰ ਕਰਕੇ ਨਿਰੰਕਾਰ ਨੇ ਆਕਾਰ ਕਰਕੇ ਸਾਨੂੰ ਮਿਲਿਆ ਨੇੜੇ ਹੋ ਕੇ। ਹੁਣ ਜਿਹੜੀ ਸਾਨੂੰ ਗਿਆਨ ਦੀ, ਭਗਤੀ ਦੀ ਅਤੇ ਆਤਮ ਅਭੇਦਤਾ ਦਾ ਮੰਜ਼ਿਲ ਚਾਹੀਦੀ ਹੈ, ਇਹ ਵੀ ਅਸੀਂ ਆਪਣੇ ਯਤਨ ਦੇ ਨਾਲ ਨਹੀਂ ਕਰਨ, ਭਾਵ ਕਿ ਤੁਹਾਡੀ ਕਿਰਪਾ ਦੇ ਨਾਲ ਹੀ ਪ੍ਰਾਪਤ ਕਰਾਂਗੇ। ਇਸ ਕਰਕੇ ਜਿਵ ਤੂੰ ਰੱਖੇ ਤਿਵ ਰਹੋ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੂੰ ਪਰਮ ਅਕਾਲ ਪੁਰਖ ਸਰੂਪ ਨੂੰ ਪਾਉਂਦਾ, ਉਵੇਂ ਹੀ ਰਹਿਣਾ, ਉਸੇ ਤਰ੍ਹਾਂ ਹੀ ਰੱਖਣਾ ਸਾਨੂੰ ਪਾਉਂਦਾ। ਇਸ ਕਰਕੇ ਜਿਵੇਂ ਆਪ ਜੀ ਦੀ ਮੁਬਾਰਕ ਆਗਿਆ ਹੋਵੇ, ਉਸੇ ਤਰ੍ਹਾਂ ਦੇ ਜੀਵਨ ਵਿੱਚ ਰਹਿਣਾ ਚਾਹੁੰਦੇ ਹਾਂ ਭਿੱਖੇ ਕੇ। ਇਸੇ ਤਰ੍ਹਾਂ 18 ਸਵਈਆਂ ਦੀ ਜਿਹੜਾ ਉਚਾਰਨ ਹੈ ਭੱਟ ਸਾਹਿਬਾਨਾਂ ਨੇ ਕੀਤਾ। ਇੱਥੋਂ ਤੱਕ ਭੱਟ ਕੀਰਤ ਜੀ ਦੇ ਸਵਈਏ ਪੂਰੇ ਹੁੰਦੇ ਹਨ। 9 ਸਵਈਏ ਭੱਟ ਕਲ ਸਹਾਰ ਜੀ ਦੇ, 5 ਭੱਟ ਜਾਲਪ ਜੀ ਦੇ, 9 5 14, ਅਤੇ 4 ਸਵਈਏ ਭੱਟ ਕੀਰਤ ਜੀ ਦੇ। 18 ਸਵਈਆਂ ਦਾ ਪਾਠ ਸੰਪੂਰਨ ਹੁੰਦਾ ਹੈ ਭਿੱਖੇ ਕੇ। ਭਿੱਖੇ ਕੇ ਦਾ ਭਾਵ ਹੈ ਕਿ ਭੱਟ ਭਿੱਖਾ ਜੀ। ਸ਼ਾਇਦ ਆਪ ਜੀ ਨੂੰ ਖਿਆਲ ਹੋਵੇ, ਜਿਨ੍ਹਾਂ ਨੇ ਆਰੰਭ ਵਿੱਚ ਵਿਆਖਿਆ ਸਰਵਣ ਕੀਤੀ ਹੈ, ਕਿ ਜੋ ਭੱਟ ਸਾਹਿਬਾਨ ਗੁਰੂ ਸਾਹਿਬ ਜੀ ਦੀ ਸ਼ਰਨ ਆਏ ਸਨ, ਬਾਕੀ ਭੱਟਾਂ ਦੇ ਵੱਖੋ ਵੱਖਰੇ ਰੂਪ ਬਣ ਗਏ ਜਿਹੜੇ ਆਪ ਜੀ ਨੇ ਨਾਮ ਜ਼ਿਕਰ ਸਰਵਣ ਕੀਤੇ ਨੇ, ਪਰ ਭੱਟ ਭਿੱਖਾ ਜੀ ਉਹ ਸਨ ਜਿਹੜੇ ਬ੍ਰਹਮਾ ਦਾ ਸਰੂਪ ਧਾਰਨ ਕਰਕੇ ਪ੍ਰਗਟੇ ਸਨ, ਅਤੇ ਭੱਟਾਂ ਦੀ ਰਹਿਨੁਮਾਈ ਇਹਨਾਂ ਨੇ ਕੀਤੀ ਸੀ। ਇਹਨਾਂ ਨੇ ਆ ਕੇ ਇਹ ਤਲਾਸ਼ ਦੇ ਵਿੱਚ ਉਹਨਾਂ ਦੇ ਪ੍ਰਮੁੱਖ ਸਨ। ਅਤੇ ਭੱਟ ਭਿੱਖਾ ਜੀ ਉਚਾਰਨ ਕਰਦੇ ਹਨ, ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ। ਭੱਟ ਭਿੱਖਾ ਜੀ ਉਚਾਰਨ ਕਰਦੇ ਹਨ ਕਿ ਹੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਗੁਰ ਗਿਆਨ, ਕਿ ਜਦੋਂ ਆਪ ਜੀ ਆਪਣੇ ਗਿਆਨ ਸਰੂਪ ਦਾ ਪ੍ਰਕਾਸ਼ ਕਰਦੇ ਹੋ, ਕਿ ਬਾਣੀ ਦੁਆਰਾ, ਆਪਣੇ ਜੇ ਬਚਨ ਦੁਆਰਾ, ਆਪਣੀ ਕਿਰਪਾ ਦੁਆਰਾ ਕਿਸੇ ਭੇਦ ਨੂੰ ਖੋਲ੍ਹਦੇ ਹੋ, ਅਤੇ ਗਿਆਨ ਦਾ ਐਸਾ ਪ੍ਰਕਾਸ਼ ਹੁੰਦਾ ਹੈ ਕਿ ਕੋਈ ਭਰਮ ਬਾਕੀ ਨਹੀਂ ਰਹਿ ਜਾਂਦਾ। ਜਿਵੇਂ ਆਮ ਕਰਕੇ ਸਭ ਤੋਂ ਅਧਿਆਤਮ ਦੇ ਵਿੱਚ ਵੱਡਾ ਪ੍ਰਸ਼ਨ ਹੈ ਕਿ ਅਕਾਲ ਪੁਰਖ ਸੱਤ ਸਰੂਪ ਕਿਵੇਂ ਹੈ, ਸਦੀਵੀ ਕਿਵੇਂ ਹੈ, ਕਿ ਜਦੋਂ ਇਹ ਸ੍ਰਿਸ਼ਟੀ ਨਹੀਂ ਰਹਿੰਦੀ ਫਿਰ ਉਹ ਸਦੀਵੀ ਕਿਵੇਂ ਹੋ ਗਿਆ। ਜੇ ਉਹਦੇ ਰਚੇ ਹੋਏ ਮਨੁੱਖ ਨਹੀਂ ਸਦੀਵੀ ਰਹਿੰਦੇ, ਉਹ ਸਦੀਵੀ ਕਿਵੇਂ ਹੋ ਗਿਆ। ਅਤੇ ਭੱਟ ਜਾ ਭਿੱਖਾ ਜੀ ਉਚਾਰਨ ਕਰਦੇ ਹਨ ਗੁਰ ਗਿਆਨ, ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੂਪ ਨੂੰ ਦੇਖਦੇ ਹਾਂ ਅਤੇ ਉਹਦੇ ਵਿੱਚੋਂ ਸਾਨੂੰ ਅਮਰ ਸਰੂਪ ਦਾ ਜਿਹੜਾ ਹੈ ਝਲਕਾਰਾ ਪੈਂਦਾ ਹੈ, ਤਾਂ ਪਤਾ ਲੱਗ ਜਾਂਦਾ ਹੈ ਕਿ ਪਰਮੇਸ਼ਰ ਸਦੀਵੀ ਹੈ ਅਤੇ ਘੱਟ ਘੱਟ ਵਿਆਪਕ ਹੈ। ਕਿ ਜਿੱਥੇ ਕਿਤੇ ਵੀ ਗੁਰੂ ਕਾ ਬੈਠਾ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਰਾਧਦਾ, ਤਤਛਿਨ ਉਹਦੇ ਸਹਾਇਕ ਹੁੰਦੇ ਨੇ, ਤਾਂ ਕਹਿੰਦੇ ਇਹ ਪ੍ਰਮਾਣ ਪ੍ਰਸਪਸ਼ਟ ਹੋ ਜਾਂਦਾ ਗੁਰ ਗਿਆਨ, ਕਿ ਗੁਰੂ ਅਮਰਦਾਸ ਸਾਹਿਬ ਜੀ ਗਿਆਨ ਦੇ ਇੰਨੇ ਪ੍ਰਕਾਸ਼ਕ ਹਨ ਕਿ ਫਿਰ ਕੋਈ ਭੁਲੇਖਾ ਰਹਿ ਨਹੀਂ ਜਾਂਦਾ। ਅਰ ਧਿਆਨ, ਕਿ ਧਿਆਨ ਕਰਕੇ ਅਕਾਲ ਪੁਰਖ ਸਰੂਪ ਨਾਲ ਜੁੜਨਾ ਹੁੰਦਾ ਹੈ। ਗਿਆਨ ਦੁਆਰਾ ਐਸਾ ਪ੍ਰਕਾਸ਼ ਕਰਦੇ ਹਨ ਕਿ ਘੱਟ ਘੱਟ ਵਿਆਪਕ ਮਾਲਕ ਦੀ ਸੋਝੀ ਆ ਜਾਂਦੀ ਹੈ, ਅਤੇ ਫਿਰ ਐਸਾ ਧਿਆਨ ਜੁੜਦਾ ਕਿ ਫਿਰ ਦੂਜੇ ਥਾਂ ਦੀ ਕੋਈ ਭਟਕਣ ਨਹੀਂ ਰਹਿੰਦੇ। ਤਤ ਸਿਉ ਤਤ ਮਿਲਾਵੈ, ਹੁਣ ਇੱਕ ਤੱਤ ਦੇ ਤੱਤੇ ਨੂੰ ਔਂਕੜ ਆਇਆ ਹੈ। ਤੱਤ ਦਾ ਭਾਵ ਕਿ ਜਿਸ ਸਰੂਪ ਦਾ ਪ੍ਰਕਾਸ਼ ਹੋਇਆ, ਬੂੰਦ ਨੂੰ ਫਿਰ ਪਰਮ ਤੱਤ ਸਾਗਰ ਦੇ ਵਿੱਚ ਮਿਲਾ ਲੈਂਦੇ ਹਨ। ਭਾਵ ਕਿ ਸਿੱਖ ਦੀ ਰਚਨਾ ਕਰਕੇ ਉਹਨੂੰ ਗਿਆਨ ਦਾ ਅਤੇ ਧਿਆਨ ਦਾ ਐਸਾ ਭੇਦ ਦਿੰਦੇ ਹਨ ਕਿ ਉਹ ਆਪਣੇ ਸੱਚ ਜੀਵਨ ਨੂੰ ਜਾਣ ਕੇ ਗੁਰੂ ਆਪਣੇ ਸਰੂਪ ਵਿੱਚ ਮਿਲਾ ਲੈਂਦੇ ਹਨ। ਸੱਚ ਸੱਚ ਜਾਣੀਐ ਇੱਕ ਚਿੱਤ ਹੇ ਲਿਵ ਲਾਵੇ। ਅਤੇ ਭੱਟ ਭਿੱਖਾ ਜੀ ਉਚਾਰਨ ਕਰਦੇ ਨੇ ਕਿ ਜਿਹੜਾ ਸੱਚ ਸਰੂਪ ਹੋਵੇ, ਭਾਵ ਕਿ ਗੁਰੂ ਅਮਰਦਾਸ ਸਾਹਿਬ ਜੀ ਸੱਚ ਸਰੂਪ ਹਨ,
इन्हां नूं सच ही जाणिए ते एक चित्त हे लिव लावै, ते एक चित्त हो के। ये नहीं कि गुरु अमरदास साहब जी की शरण आ गए, गुरु ने अपने अगम्मी दर्शनां की भेद नाल दस भी दिता कि तुहाडी कल्याण इत्थे होनी है, पर फिर भी मन भटकदा रहे। कहंदे एक चित्त है, संपूर्ण गुरु की तलाश ही। हुण संपूर्ण गुरु की तलाश दे भाई वीर सिंह जी ने, अज मैं कुदरती पढ़ रहा सा, 13 नुकते लिखे कि जिहड़ा पूर्ण सतगुरु उहदे मिलदे सार ही 13 नुकते जिहड़े हन अपने आप दे विच पता लग जांदा। सब तो पहला मन ठहराओ विच आउंदा है। जिवें कुदरती है बंदा किसी मार्ग ते चल रहा होवे ते हुण उन्होंने नहीं पता कि मेरा किन्ना सफ़र रह गया किन्ना नहीं, पर रस्ते दे विच मील पत्थर नज़र आ जाए, उत्ते लिखिया हुंदा 200 किलोमीटर, तुहानूं पता लग जांदा 200 किलोमीटर रह गया। कहंदे जदों गुरु अमरदास रूप नूं मिले तो पहला मन के अंदर भाव ये स्पष्ट होया कि जदों निरंकार आकार करके सानू मिल गया है, निर्गुण अकाल पुरख सानू सरगुण रूप धारण करके मिल गया है, इहदा मतलब असी मंजिल के द्वार तक पहुँच चुके हाँ। हुण अपने नाल मिलाउण दे विच कोई दूरी नहीं। भाव जिस मिले मन होए आनंद, सो सतगुर कहीए मन की बिनसा दुबदा बिन सजाए हर, परम पद लईए तां पट की भिखा जी उचारण करदे ने एक चित्त हे लिव लावै, कि तुहानू मिल के सानू शांत स्वरूप की प्राप्ति हुई है, अपनी मंजिल का पता लग गया है, विकारां दे सुभाਅ नूं एकदम ठहराओ आ गया है, तो जीवन दे विच कोई इच्छा बाकी नहीं रही। जिवें भट्ट कीरत जी ने पिछे जिक्र किया, सर्ब चिंत तुझ पास। कहंदे उंज चिंता चुकी फिरदे साडी मुक्ति किवें होवे, तुहानू देखदे सारे भी चिंता चली गई। दा मतलब संपूर्ण सतगुरु हो। इस करके आखदे हन काम क्रोध वस करै, पवनो डंत न तावै, कि ऐसा माया नूं अपने अधीन कर दिओ कि काम क्रोध नूं वस करके पवन वर्गे मन नूं जरा भी किते भजन नहीं दिंदे हो। पवनो डंत न तावै, निरंकार कै वसै देस, हुक्म बुझ विचार पावै। तां पट की भिखा जी उचारण करदे हन कि तुहाडे प्रतੱਖ दर्शन करके ਜਿਹੜਾ ਤੁਹਾਡਾ ਅਗੰਮੀ ਦੇਸ਼ ਹੈ, ਜਿੱਥੇ ਆਪ ਜੀ ਨਿਰੰਕਾਰ ਸਰੂਪ ਹੋ ਕੇ ਵਸਦੇ ਹੋ, ਜੇ ਕੋਈ ਆਪ ਜੀ ਦੇ ਹੁਕਮ ਨੂੰ ਬੁੱਝ ਕੇ ਵਿਚਾਰ ਕਰਕੇ ਜਾਣ ਲਵੇ ਤੇ ਤੁਹਾਡੇ ਦੇਸ਼ ਵਿੱਚ ਵਸ ਜਾਂਦਾ ਹੈ। ਕਲ ਮਾਹੇ ਰੂਪ ਕਰਤਾ ਪੁਰਖ, ਕਿ ਇਸ ਕਲਯੁਗ ਦੇ ਵਿੱਚ ਜਿੱਥੇ ਜੀਵ ਅਗਿਆਨ ਕਰਕੇ ਮਾਇਆ ਕਰਕੇ ਅੰਨੇ ਹੋ ਗਏ ਹਨ, ਉੱਥੇ ਆਪ ਜੀ ਕਰਤਾ ਤੇ ਪੁਰਖ ਹੋ ਕੇ ਪ੍ਰਗਟੇ ਹੋ। ਸੋ ਜਾਣੈ ਜਿਨ ਕਿਛ ਕੀਓ, ਜੋ ਕੁਝ ਆਪ ਜੀ ਦਾ ਸੰਸਾਰ ਵਿੱਚ ਵਰਤੇਗਾ ਉਹੀ ਜੀਵ ਜਾਣਨਗੇ। ਗੁਰ ਮਿਲਿਓ ਸੋਏ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ। ਤੇ ਪਟ ਭਿਖਾ ਜੀ ਉਚਾਰਨ ਕਰਦੇ ਹਨ ਕਿ ਹੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਆਪ ਜੀ ਨੇ ਐਸੀ ਕਿਰਪਾ ਕੀਤੀ, ਸਹਿਜ ਰੰਗ ਦਰਸ਼ਨ ਦਿਓ। ਜੋ ਪਿੱਛੇ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੇ ਦਰਸ਼ਨ ਹੀ ਸਾਨੂੰ ਐਸੇ ਦਿੱਤੇ कि सहज का रंग चढ़ गया। सहज का रंग भाव ना विकारां दी अगन मन च रही, ना मुक्ति होने की अभिलाषा रही, ना किसी भटकण का कोई मन के अंदर ख्याल रहा, तो ना ही पवित्र होने की चाहत रही। बस तुहाडी शरण आगे मुकम्मल हो गया। इस करके आखदे सहज रंग दर्शन दिओ। तुहाडे दर्शनां दे नाल ही जीवन दे विच सहज हो गया। हुण जिक्र किया दिओ, भट्ट की भिखा जी ने जिक्र किया दिओ। ਇਹਦਾ ਮਤਲਬ ਹੈ ਜਦੋਂ ਕੋਈ ਸਿੱਖ ਗੁਰੂ ਦੀ ਸ਼ਰਨ ਆਉਂਦਾ ਹੈ ਤੇ ਸਿੱਖ ਜਦੋਂ ਆਪਣੇ ਘਰ ਤੋਂ ਚੱਲਿਆ ਹੈ ਨਾ, ਜਾਂ ਘਰ ਚੱਲਣ ਤੋਂ ਪਹਿਲਾਂ ਵੀ ਜਿਹੜਾ ਉਹਦੇ ਅੰਦਰ ਖਿਆਲ ਹੈ, ਜਦੋਂ ਹੀ ਉਹਨੇ ਖਿਆਲ ਧਾਰਨ ਕੀਤਾ ਉਦੋਂ ਹੀ ਸਤਿਗੁਰੂ ਦੀ ਨਜ਼ਰ ਹੇਠ ਆ ਜਾਂਦਾ ਹੈ। ਫਿਰ ਜਿਵੇਂ ਦਾ ਖਿਆਲ ਧਾਰਨ ਕਰਕੇ ਚੱਲਿਆ ਉਵੇਂ ਦਾ ਹੀ ਫਲ ਮਿਲਦਾ ਹੈ। ਜੇ ਸੰਸਾਰੀ ਮਨੋਕਾਮਨਾ ਧਾਰਨ ਕਰਕੇ ਮਿਲਿਆ ਹੈ ਉਹੀ ਮਿਲ ਜਾਏਗੀ, ਜੇ ਗੁਰੂ ਨਾਲ ਪ੍ਰੀਤ ਕਰਕੇ ਮਿਲਿਆ ਹੈ फिर वही मिलेगा। इस करके भट्ट कीरत जी आखदे दिओ, कि सानू स्पैशल जां खास करके वो दर्शन दिते हैं कि जिहदे नाल जीवन च सहज आ गया, क्योंकि असी चले ही सतगुरु स्वरूप की तलाश लई सी। इस करके अगले सवैये विच जिक्र करते हैं, रहिओ संत हों टोल, साध बहु तेरे डिठे। भट्ट कीरत जी भट्ट भिखा जी उचारण करते हैं कि हे सतगुरु गुरु अमरदास साहब जी, आप जी के परम स्वरूप की तलाश लई एक भाव कि असी बड़े संतां दे टोलियां नूं थां थां ते जिहड़े संत वसदे सन उन्हां नूं भालदे रहे, खोजदे रहे, मिलदे रहे। साध बहु तेरे डिठे, वक्खो वक्ख मत मतांतरां दे साध लोक दिखे,
ਕਿਸੇ ਨੇ ਧੂਣੀ ਤਪਾਈ ਹੈ, ਕਿਸੇ ਨੇ ਪਿੰਡੇ 'ਤੇ ਸਵਾਹ ਮਲੀ, ਕਿਸੇ ਨੇ ਜਟਾਵਾਂ ਧਾਰਨ ਕੀਤੀਆਂ ਹਨ, ਕੋਈ ਕਿਸੇ ਤਰ੍ਹਾਂ ਦੀ ਪੂਜਾਵਾਂ ਕਰ ਰਿਹਾ ਹੈ। ਕਹਿੰਦੇ ਸੰਨਿਆਸੀ ਤਪੱਸੀਏ ਮੁੱਖੋਂ ਇਹ ਪੰਡਤ ਮਿੱਠੇ। ਅਤੇ ਜਿਹੜੇ ਵਰਕਤ ਸੰਨਿਆਸੀ ਬੈਰਾਗੀ ਜੋਗੀ ਲੋਕ ਨਜ਼ਰ ਆਉਂਦੇ ਹਨ, ਪਹਾੜਾਂ ਦੀਆਂ ਕੰਦਰਾਂ ਵਿੱਚ ਜਾਂ ਭੋਰਿਆਂ ਅੰਦਰ ਬੈਠ ਕੇ ਜਿਹੜੇ ਤਪਸੀ ਤਪ ਕਰਨ ਵਾਲੇ ਹਨ, ਕਹਿੰਦੇ ਇਹਨਾਂ ਦੇ ਸਮੇਤ ਮੁੱਖੋਂ ਇਹ ਪੰਡਤ ਮਿੱਠੇ। ਅਤੇ ਜਿਹੜੇ ਪੰਡਤ ਆਖਦੇ ਹਨ ਕਿ ਕਰਮ ਕਾਂਡ ਦੇ ਨਾਲ ਪ੍ਰਭੂ ਦੇ ਦਰਸ਼ਨ ਕਰਾ ਦਿਆਂ, ਕਹਿੰਦੇ ਸਾਰੇ ਕੇਵਲ ਮੁੱਖ ਤੋਂ ਮਿੱਠੇ ਹਨ। ਬਰਸ ਏਕ ਹਉ ਫਿਰਿਓ ਕਿਨੈ ਨਹੁ ਪਰਚੋ ਲਾਇਓ। ਪੂਰਾ 1 ਵਰਸ਼ ਹੋ ਗਿਆ ਸਾਨੂੰ ਭਰਮਦਿਆਂ ਨੂੰ, ਪਰ ਕਹਿੰਦੇ ਕਿਸੇ ਨੇ ਐਸਾ ਪਰਚਾ ਭਾਵ ਕਿ ਐਸਾ ਗਿਆਨ ਦਾ ਪਰਮ ਭੇਦ ਨਹੀਂ ਪ੍ਰਗਟ ਕੀਤਾ। ਕਹਿਤ ਯਹ ਕਹਿਤੀ ਸੁਣੀ ਰਹਿਤਕ ਖੁਸ਼ੀ ਨਾ ਆਇਓ। ਮੁੱਖ ਤੋਂ ਗਿਆਨ ਦੀਆਂ ਆਤਮਿਕ ਜੀਵਨ ਦੀਆਂ ਬੜੀਆਂ ਗੱਲਾਂ ਕਰਦੇ ਸਨ, ਪਰ ਕਹਿੰਦੇ ਉਹਨਾਂ ਦੀ ਰਹਿਤ ਦੇਖ ਕੇ ਮਨ ਅੰਦਰ, ਉਹਨਾਂ ਦੀ ਕਰਨੀ ਦੇਖ ਕੇ, ਰਹਿਣੀ ਦੇਖ ਕੇ ਮਨ ਅੰਦਰ ਜਰਾ ਜਿੰਨਾ ਧੀਰਜ ਨਹੀਂ ਆਇਆ ਹੈ। ਹਰ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹੋ ਕਿਆ ਕਹੋ। ਤਾਂ ਭੱਟ ਭਿੱਖਾ ਜੀ ਆਖਦੇ ਨੇ ਕਿ ਜੋ ਹਰੀ ਨਾਮ ਭਾਵ ਕਿ ਗੁਰੂ ਸਾਹਿਬ ਜੀ ਆਪ ਜੀ ਨੇ ਜੋ ਬਾਣੀ ਦੇ ਭੇਦ ਦੁਆਰਾ ਆਪਣੇ ਪਰਮ ਮਾਰਗ ਦਾ ਭੇਦ ਦੱਸਿਆ ਹੈ, ਇਸ ਨੂੰ ਛੱਡ ਕੇ ਜਿਹੜੇ ਹੋਰ ਮਾਰਗ 'ਤੇ ਲੱਗੇ ਹਨ ਉਹਨਾਂ ਦੀ ਮੈਂ ਕੀ ਬਾਤ ਕਰਾਂ। ਗੁਰ ਦਈ ਮਿਲਾਇਓ ਭਿੱਖਿਆ ਜਿਵ ਤੂੰ ਰੱਖੇ ਤਿਵ ਰਹੋ। ਅਤੇ ਭੱਟ ਭਿੱਖਾ ਜੀ ਆਖਦੇ ਨੇ ਕਿ ਸਤਿਗੁਰੂ ਤੁਹਾਡੀ ਦਇਆ ਹੋਈ। 1 ਵਰਸ਼ ਦੀ ਭਟਕਣ ਤੋਂ ਬਾਅਦ ਆਪ ਜੀ ਨੇ ਦਇਆ ਕਰਕੇ ਸਾਨੂੰ ਮਿਲਾ ਲਿਆ। ਹੁਣ ਆਪ ਜੀ ਦੀ ਸ਼ਰਨ ਅਸੀਂ ਇਸ ਤਰ੍ਹਾਂ ਹਾਂ, ਜਿਵ ਤੂੰ ਰੱਖੇ ਤਿਵ ਰਹੋ। ਜਿਵੇਂ ਆਪ ਜੀ ਰੱਖਣਾ ਚਾਹੋ। ਅਤੇ ਹੁਣ ਕਿਵੇਂ ਰੱਖਿਆ ਇਹ ਵੀ ਜ਼ਿਕਰ ਆਪ ਜੀ ਨੇ ਸੁਣਿਆ। 2 ਕੁੱਲ ਭੱਟ ਸਾਹਿਬਾਨਾਂ ਦੇ ਵਿੱਚੋਂ 2 ਭੱਟ ਸਾਹਿਬਾਨ ਗੁਰੂ ਸਾਹਿਬ ਜੀ ਦੇ ਨਾਲ ਇੰਨਾ ਜ਼ਿਆਦਾ ਜੀਵਨ ਸਮਰਪਿਤ ਹੋ ਗਏ। ਭੱਟ ਕੀਰਤ ਜੀ ਅਤੇ ਭੱਟ ਮਥੁਰਾ ਜੀ ਗੁਰੂ ਕੀ ਜੰਗ ਵਿੱਚ ਵੀ ਸ਼ਹੀਦ ਹੋਏ ਸਨ। ਇਸ ਕਰਕੇ ਆਖਦੇ ਜਿਵ ਤੂੰ ਰੱਖੇ ਤਿਵ ਰਹੋ। ਉਵੇਂ ਹੀ ਆਪ ਜੀ ਦੀ ਸ਼ਰਨ ਰਹਿਣਾ ਸਾਨੂੰ ਠੀਕ ਭਾਸਦਾ ਹੈ। ਪਹਿਰ ਸਮਾਦ ਸੁਨਾਹੋ ਗਿਆਨ ਹੈ ਆਸਨ ਚੜਿਓ। ਹੁਣ ਅਗਲੇ ਸਵਈਏ ਦੇ ਵਿੱਚ ਭੱਟ ਸੱਲ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਯੋਧੇ ਦੇ ਰੂਪ ਵਿੱਚ ਕਰਦੇ ਹਨ। ਜਿਵੇਂ ਇੱਕ ਸੂਰਬੀਰ ਹੁੰਦਾ, ਸ਼ਸਤਰਧਾਰੀ ਹੁੰਦਾ। ਕਹਿੰਦੇ ਪਹਿਰ ਸਮਾਦ ਕਿ ਆਪਣੇ ਸਰੀਰ ਦੇ ਉੱਪਰ ਗੁਰੂ ਸਾਹਿਬ ਜੀ ਆਪ ਜੀ ਨੇ ਸਮਾਧੀ ਰੂਪ ਜਿਹੜੀ ਹੈ ਸੰਜੋ ਪਹਿਨੀ ਹੋਈ ਹੈ। ਸੁਨਾਹੋ ਗਿਆਨ ਹੈ ਭਾਵ ਕਿ ਗਿਆਨ ਰੂਪ ਕਵਚ ਪਹਿਨਿਆ ਹੋਇਆ ਹੈ ਦਾ ਭਾਵ ਘੋੜਾ ਆਸਣ ਚੜਿਓ। ਅਤੇ ਕਹਿੰਦੇ ਗਿਆਨ ਰੂਪ ਘੋੜੇ ਦੇ ਉੱਪਰ ਆਪ ਜੀ ਨੇ ਪੱਕਾ ਆਸਣ ਟਿਕਾਇਆ ਹੋਇਆ ਹੈ। ਧਰਮ ਤਨੱਖ ਕਰ ਗਹਿਓ ਭਗਤ ਸੀਲਹ ਸਰ ਲੜਿਓ। ਅਤੇ ਆਪ ਜੀ ਦੇ ਹੱਥ ਵਿੱਚ ਧਰਮ ਦੀ ਜਿਹੜਾ ਤਨੁੱਖ ਹੈ ਕਰ ਗਹਿਓ, ਹੱਥ ਦੇ ਵਿੱਚ ਘੁੱਟ ਕੇ ਪਕੜਿਆ ਹੈ। ਅਤੇ ਉਹਦੇ ਵਿੱਚੋਂ ਭਗਤ ਸੀਲਹ ਸਰ ਲੜਿਓ। ਅਤੇ ਭਗਤੀ ਦੇ ਸੀਲ ਸੰਜਮ ਸੁਭਾਅ ਦੇ ਤੀਰ ਚਲਾ ਕੇ ਇਸ ਸੰਸਾਰ ਦੇ ਵਿੱਚ ਜੂਝ ਰਹੇ ਹੋ। ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ। ਅਤੇ ਆਖਦੇ ਆਪ ਜੀ ਇਸ ਸੰਸਾਰ ਵਿੱਚ ਭੈ ਤੋਂ ਮੁਕਤ ਹੋ, ਕਿਉਂਕਿ ਆਪ ਜੀ ਦਾ ਨਿਰਭਉ ਦੇ ਨਾਲ ਸਰੂਪ ਨਾਲ ਜੁੜੇ ਹੋ। ਹਰ ਅਟਲ ਮਨ। ਅਤੇ ਜਗਤ ਵਿੱਚੋਂ ਜਦੋਂ ਪਾਪ ਦਾ ਅਧਰਮ ਦਾ ਵੱਡਾ ਵਹਿਣ ਦੇਖਦੇ ਹੋ ਤਾਂ ਆਪ ਜੀ ਦਾ ਮਨ ਨਹੀਂ ਡੋਲਦਾ, ਕਿਉਂਕਿ ਆਪ ਜੀ ਦਾ ਮਨ ਅਟਲ ਪਰਮੇਸ਼ਰ ਨਾਲ ਜੁੜਿਆ ਹੈ। ਸ਼ਬਦ ਗੁਰ ਨੇਜਾ ਗੱਡਿਓ। ਜਿਵੇਂ ਜੰਗ ਵਿੱਚ ਲੜਨਾ ਹੋਵੇ ਤਾਂ ਇੱਕ ਮੱਧ ਦੇ ਵਿੱਚ ਨੇਜਾ ਗੱਡ ਦਿੱਤਾ ਜਾਂਦਾ ਕਿ ਜਿਹੜਾ ਪੁੱਟ ਕੇ ਲੈ ਗਿਆ ਉਹੀ ਜੇਤੂ, ਜਾਂ ਫਿਰ ਨੇਜੇ ਦੀ ਰੱਖਿਆ ਲਈ ਜੂਝਿਆ ਜਾਂਦਾ ਹੈ, ਜਾਂ ਫਿਰ ਜਿਹਦੇ ਇੱਕ ਭਾਵ ਹੈ ਕਿ ਜਿਹਦੇ ਹਿੱਕ ਦੇ ਅੰਦਰ ਨੇਜਾ ਚੁੱਭ ਜਾਏ ਉਹ ਮਰ ਜਾਂਦਾ ਹੈ। ਤਾਂ ਭੱਟ ਕੀ ਸੱਲ ਜੀ ਉਚਾਰਨ ਕਰਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੇ ਸ਼ਬਦ ਦਾ ਐਸਾ ਨੇਜਾ ਸੰਸਾਰ ਦੇ ਵਿੱਚ ਗੱਡਿਆ ਹੈ, ਜਾਂ ਐਸਾ ਅਗਿਆਨ ਦੇ ਵਿੱਚ ਸ਼ਬਦ ਦੇ ਨੇਜੇ ਨੂੰ ਖੋਭਿਆ ਹੈ ਕਿ ਸਾਰੀ ਅਗਿਆਨ ਦੀ ਕੋਲੀ ਨਾਸ਼ ਹੋ ਗਈ ਹੈ। ਕਾਮ ਕ੍ਰੋਧ ਲੋਭ ਮੋਹ ਅਪਤ ਪੰਚਦੂਤ ਵਿਖੰਡਿਓ। ਅਤੇ ਜਿਹੜੇ ਇਸ ਸੰਸਾਰਕ ਸੰਗਰਾਮ ਦੇ ਵਿੱਚ ਵੱਡੇ ਵੈਰੀ ਜਿਨ੍ਹਾਂ ਨੇ ਹਰੇਕ ਨੂੰ ਦਲ ਮਲ ਕੇ ਰੱਖਿਆ ਹੈ, ਆਪ ਜੀ ਨੇ ਆਪਣੇ ਸੂਰਬੀਰ ਬਲ ਦੇ ਨਾਲ ਪੰਚਦੂਤ ਵਿਖੰਡਿਓ, ਪੰਚਾਂ ਨੂੰ ਨਾਸ਼ ਕਰ ਦਿੱਤਾ ਹੈ। ਭਲੋ ਪੁਹਾਲ ਤੇਜੋ ਤਨਾ। ਭਲੋ ਦਾ ਭਾਵ ਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਭੱਲੇ। ਪੁਹਾਲ ਦਾ ਭਾਵ ਹੁੰਦਾ ਹੈ ਭੂਪਾਲ ਭਾਵ ਕਿ ਰਾਜਾ। ਤੇਜੋ ਦਾ ਭਾਵ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਪਿਤਾ ਤੇਜਭਾਨ ਜੀ। ਕਹਿੰਦੇ ਤਨਾ ਨਿਰਪਤਨਾਥ। ਨਿਰਪਤਨਾਥ ਦਾ ਭਾਵ ਰਾਜਿਆਂ ਦੇ ਰਾਜੇ ਨਾਨਕ ਬਰ। ਭੱਟ ਸੱਲ ਜੀ ਉਚਾਰਨ ਕਰਦੇ ਹਨ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਭੱਲਿਆਂ ਦੀ ਕੁੱਲ ਵਿੱਚ ਰਾਜਿਆਂ ਦੇ ਰਾਜੇ ਹੋ ਕੇ ਤੇਜਭਾਨ ਜੀ ਦੇ ਸੁਪੁੱਤਰ ਹੋ ਕੇ ਨਾਨਕ ਬਰ
ਐਸੇ ਗੁਰੂ ਨਾਨਕ ਕੁਲ ਵਿੱਚ ਪ੍ਰਗਟੇ ਹੋ ਗੁਰ ਅਮਰਦਾਸ ਚੱਚ ਸਲ ਭਣ ਤੈ ਦਲ ਜਿੱਤੋ ਏਵ ਜੁੱਧ ਕਰ। ਤੇ ਪਟ ਸਲ ਜੀ ਉਚਾਰਨ ਕਰਦੇ ਹਨ ਗੁਰੂ ਅਮਰਦਾਸ ਸਾਹਿਬ ਜੀ। ਆਪ ਜੀ ਸੱਚ ਨੂੰ ਧਾਰਨ ਕਰਨ ਵਾਲੇ ਸੂਰਬੀਰ ਹੋ, ਅਗਿਆਨ ਦੀ ਸੈਨਾ ਨਾਸ਼ ਕਰਕੇ ਸੱਚ ਧਰਮ ਦਾ ਧਵਜ ਉੱਚਾ ਕਰਨ ਵਾਲੇ ਹੋ। ਤੇ ਇਸ ਯੁੱਗ ਦੇ ਵਿੱਚ ਆਪ ਜੀ ਨੇ ਇਸ ਤਰ੍ਹਾਂ ਦਾ ਗਿਆਨ ਰੂਪ ਯੁੱਧ ਛੇੜ ਕੇ ਧਰਮ ਦਾ ਉਭਾਰ ਕਰਕੇ ਸਦਾ ਇਸ ਯੁੱਧ ਦੇ ਵਿਜੇਤਾ ਰਹਿਣਾ ਹੈ। ਕਨਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਹੁਣ ਅੰਤਮ ਸਵਈਏ ਦੇ ਵਿੱਚ ਭੱਟ ਭੱਲ ਜੀ, ਇਸ ਤੋਂ ਪਹਿਲਾਂ ਭੱਟ ਸੱਲ ਜੀ ਤੇ ਹੁਣ ਭੱਟ ਭੱਲ ਜੀ ਉਚਾਰਨ ਕਰਦੇ ਹਨ ਕਨਹਰ ਬੂੰਦ। ਕਹਿੰਦੇ ਵਰਖਾ ਦੀ ਜਦੋਂ ਬੂੰਦਾਂ ਪੈਂਦੀਆਂ ਨੇ ਕੌਣ ਗਿਣਤੀ ਕਿੰਨੀਆਂ ਹੁੰਦੀਆਂ ਨੇ, ਕੋਈ ਗਿਣਤੀ ਨਹੀਂ ਹੋ ਸਕਦੀ। ਬਸੋਰੋ ਮਾਵਲ ਜਿਹੜੀ ਆਲੇ ਦੁਆਲੇ ਬਨਸਪਤੀ ਹੈ, ਬਨਸਪਤੀ ਵਿੱਚ ਕਿੰਨੇ ਤਰ੍ਹਾਂ ਦੇ ਰੁੱਖ ਪੱਤੇ ਫੁੱਲ ਫਲ ਹਨ, ਇਹਦੀ ਵੀ ਗਿਣਤੀ ਨਹੀਂ ਹੋ ਸਕਦੀ। ਕਹਿੰਦੇ ਕੁਸਮ ਬਸੰਤ ਨ ਗਨੰਤ ਨ ਆਵੈ ਕਿ ਬਸੰਤ ਰਿਤੂ ਦੇ ਵਿੱਚ ਜਿਹੜੇ ਨਵੇਂ ਫੁੱਲ ਫਲ ਉਗਮਦੇ ਹਨ ਉਹਨਾਂ ਦੀ ਵੀ ਗਿਣਤ ਨਹੀਂ ਹੋ ਸਕਦੀ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਜਿਹੜੀਆਂ ਸੂਰਜ ਚੰਦਰਮਾ ਦੀਆਂ ਕਿਰਨਾਂ ਹਨ ਉਹਨਾਂ ਨੂੰ ਵੀ ਕੋਈ ਗਿਣ ਨਹੀਂ ਸਕਦਾ। ਤੇ ਉਦਰ ਸਾਗਰ ਕੋ, ਸਾਗਰ ਦੇ ਪੇਟ ਵਿੱਚ ਭਾਵ ਕਿ ਗੰਗਾ ਦੇ ਵਿੱਚ ਜਿੰਨੀਆਂ ਤਰੰਗਾਂ ਬਣਦੀਆਂ ਹਨ ਉਹ ਵੀ ਕੋਈ ਗਿਣ ਨਹੀਂ ਸਕਦਾ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹੁ ਜੋ ਗਾਵੇ। ਪਰ ਭੱਟ ਜੀ ਭੱਲ ਜੀ ਉਚਾਰਨ ਕਰਦੇ ਹਨ ਕਿ ਰੁਦਰ ਭਾਵ ਸ਼ਿਵ ਜੀ। ਕਹਿੰਦੇ ਧਿਆਨ ਤੇ ਗਿਆਨ ਸਰੂਪ ਦੇ ਨਾਲ ਹੋ ਸਕਦਾ ਇਹਨਾਂ ਦੀ ਕਦੇ ਨਾ ਕਦੇ ਗਿਣਤੀ ਹੋ ਜਾਵੇ, ਪਰ ਭੱਟ ਭੱਲ ਜੀ ਉਚਾਰਨ ਕਰਦੇ ਹਨ ਕਿ ਮੈਂ ਉਸ ਸਤਿਗੁਰੂ ਸਰੂਪ ਦੇ ਗੁਣਾਂ ਨੂੰ ਗਾਉਂਦਾ ਹਾਂ ਜਿਹਦਾ ਕਿਸੇ ਤਰੀਕੇ ਦੇ ਨਾਲ ਵੀ ਪਾਰਾਵਾਰ ਨਹੀਂ ਆ ਸਕਦਾ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਭਾਵ ਕਿ ਭੱਲੇ ਕੁਲ ਦੇ ਪ੍ਰਕਾਸ਼ਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਭਾਵ ਕਿ ਜੇ ਕੋਈ ਗਿਣਤੀ ਕਰਨ ਦੇ ਮਾਧਿਅਮ ਤੋਂ ਚੱਲਣਾ ਚਾਹਵੇ ਤਾਂ ਇੱਕ ਪੱਧਰ ਤੱਕ ਦਾ ਭਾਵੇਂ ਉਹਦਾ ਪਾਰਾਵਾਰ ਪਾ ਲਵੇ ਪਰ ਉਹ ਅਸੀਮ ਰਹਿਣਾ ਹੈ। ਤੇ ਮੈਂ ਆਪ ਜੀ ਦੇ ਸਨਮੁਖ ਭੱਟ ਭੱਲ ਜੀ ਉਚਾਰਨ ਕਰਦੇ ਹਨ ਕਿ ਇਸ ਤਰ੍ਹਾਂ ਹਾਜ਼ਰ ਹਾਂ ਕਿ ਤੇਰੀ ਉਪਮਾ ਕਿੱਡੀ ਵੱਡੀ ਹੈ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ। ਇਹ ਆਪ ਜੀ ਹੀ ਜਾਣਦੇ ਹੋ, ਇਸ ਕਰਕੇ ਇਹ ਸਾਰੀ ਉਪਮਾ ਤੁਹਾਨੂੰ ਹੀ ਬਣ ਆਉਂਦੀ। ਅਸੀਂ ਤਾਂ ਕੇਵਲ ਉਹ ਹਾਂ ਜਿਵੇਂ ਹੁਣ ਸੂਰਜ ਚੜ੍ਹਿਆ, ਸੂਰਜ ਕਿੱਡਾ ਵੱਡਾ ਹੈ, ਕਿੰਨਾ ਇਹਦਾ ਤੇਜ ਪ੍ਰਕਾਸ਼ ਹੈ। ਸਾਨੂੰ ਤਾਂ ਇੰਨਾ ਕੀ ਪਤਾ ਲੱਗ ਰਿਹਾ ਨਾ ਕਿ ਅਸੀਂ ਉਹਦੇ ਤੋਂ ਕਰੋੜਾਂ ਮੀਲ ਦੀ ਦੂਰੀ 'ਤੇ ਬੈਠੇ ਹੋਏ ਹਾਂ ਅਤੇ ਤਾਂ ਵੀ ਸਾਨੂੰ ਤਪਸ਼ ਲੱਗਦੀ ਹੈ, ਜਾਂ ਕਰੋੜਾਂ ਮੀਲ ਦੂਰ ਬੈਠ ਕੇ ਵੀ ਉਹਦਾ ਇੰਨਾ ਚਾਨਣ ਸਾਨੂੰ ਮਿਲ ਰਿਹਾ ਹੈ। ਅਤੇ ਉਹ ਅਸਲ 'ਚ ਕਿੱਡਾ ਵੱਡਾ ਹੋਏਗਾ ਇਹਦਾ ਜ਼ਿਕਰ ਅਸੀਂ ਕਿੱਥੋਂ ਕਰ ਸਕਦੇ ਹਾਂ। ਇਸ ਕਰਕੇ ਭੱਟ ਭੱਲ ਜੀ ਉਚਾਰਨ ਕਰਦੇ ਹਨ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਅਤੇ ਕਈ ਵਿਦਵਾਨਾਂ ਨੇ ਐਸਾ ਵੀ ਜ਼ਿਕਰ ਕੀਤਾ ਹੈ ਕਿ ਕੱਲੀ ਭੱਲੇ ਕੁੱਲ ਨਹੀਂ ਹੈ, ਉਸ ਕੁੱਲ ਨੇ ਸੰਸਾਰ ਦਾ ਕਲਿਆਣ ਕੀਤਾ। ਇਸ ਕਰਕੇ ਇਹਦਾ ਉਚਾਰਨ ਭਲੇ ਵੀ ਹੋ ਸਕਦਾ ਹੈ ਕਿ ਭਾਵ ਕਿ ਉਹ ਤਾਂ ਹੁਣ ਦੀ ਮਾਤਰਾ ਦੇ ਵਿੱਚ ਹੈ ਨਾ। ਇਸ ਕਰਕੇ ਕਹਿੰਦੇ ਜਿਹੜੀ ਕੁੱਲ ਸੰਸਾਰ ਦਾ ਭਲਾ ਕਰਨ ਵਾਲੀ ਉਹ ਭੱਲਾ ਵੀ ਹੋ ਸਕਦੀ ਹੈ ਅਤੇ ਉਹ ਕੁੱਲ ਵੀ ਭਲੀ ਹੋ ਸਕਦੀ। ਇਸ ਪ੍ਰਕਾਰ ਭੱਟ ਸਾਹਿਬਾਨ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਅਕਥ ਅਗੋਚਰ ਅਗੰਮ ਸਰੂਪ ਦੀ ਸਿਫਤ ਸਲਾਹ ਦਾ ਉਚਾਰਨ ਕਰਦੇ ਹਨ। ਕੁੱਲ 22 ਸਵਈਆਂ ਦੇ ਰੂਪ ਵਿੱਚ ਭੱਟ ਸਾਹਿਬਾਨਾਂ ਨੇ ਸਿਫਤ ਕੀਤੀ ਹੈ। ਭੱਟ ਕਲ ਸਹਾਰ ਜੀ, ਭੱਟ ਜਾਲਪ ਜੀ, ਭੱਟ ਕੀਰਤ ਜੀ, ਭੱਟ ਭਿੱਖਾ ਜੀ, ਭੱਟ ਸੱਲ ਜੀ ਅਤੇ ਭੱਟ ਭੱਲ ਜੀ। ਇਹਨਾਂ ਭੱਟ ਸਾਹਿਬਾਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਕਥ ਗੋਚਰ ਸਰੂਪ ਦੀ ਸਿਫਤ ਦੇ ਦੁਆਰਾ ਗੁਰੂ ਕੇ ਅਗੰਮੀ ਸਰੂਪ ਦੇ ਸਾਨੂੰ ਦਰਸ਼ਨ ਕਰਵਾਏ। ਸਤਿਗੁਰੂ ਕਿਰਪਾ ਕਰਨ ਭੱਟ ਸਾਹਿਬਾਨਾਂ ਵਰਗੀ ਭਾਵਨਾ, ਗੁਰੂ ਪ੍ਰਤੀ ਜਗਿਆਸਾ ਅਤੇ ਗੁਰੂ ਨੂੰ ਪਰਮ ਮੁਕਤੀ ਦਾਤਾ ਜਾਣਨ ਦਾ ਭਾਵ ਅਵਸਥਾ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਣ ਜਾਵੇ ਜੀ। ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ, ਐਸੀ ਭਾਵਨਾ ਬਣੇ। ਗੁਰ ਅਮਰਦਾਸ ਸ਼ਰਨ ਸ਼ਰਨ ਪਾ ਜਨਮ ਜਨਮ ਪਾ ਸ਼ਰਨ ਤਹੋ। ਭਾਵ ਕਿ ਗੁਰੂ ਅਮਰਦਾਸ ਆਪ ਜੀ ਦੀ ਸ਼ਰਨ ਸਦੀਵੀ ਜਨਮ ਜਨਮ ਕਰਕੇ ਰਹੀਏ ਤਾਂ ਕਿ ਸਾਡੇ ਜੀਵਨ ਦੀ ਕਲਿਆਣ ਹੋ ਜਾਵੇ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦੇ ਉੱਪਰ ਆਪਣੀ ਰਹਿਮਤ ਆਪਣੀ ਕਿਰਪਾ ਨਾਜ਼ਲ ਕਰਨ। ਸਾਰੇ ਗੁਰੂ ਕੇ ਪਰਮ ਅਗੰਮ ਸਰੂਪ ਦੇ ਭੇਦ ਨੂੰ ਜਾਣ ਕੇ ਭਗਤੀ ਗਿਆਨ ਯੋਗ ਦੇ ਨਾਲ ਗੁਰੂ ਸਰੂਪ ਵਿੱਚ ਅਭੇਦ ਹੋਣ ਦਾ ਯਤਨ ਕਰਨ ਜੀ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਆਓ ਅੰਤਮ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਵੱਲ ਵਧੀਏ ਜੀ। ਰੁਦਰ ਧਿਆਨ
ਗਿਆਨ ਸਤਿਗੁਰ ਕੇ। ਕਬ ਜਨ ਭਲਹੁ ਉਨਹੁ ਜੋ ਗਾਵੈ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।